ਹਾਈ ਸਟੈਂਡਰਡ ਨਿਊਜ਼ ਦੇ ਦਰਸ਼ਕਾਂ ਦਾ ਹਾਰਦਿਕ ਸਵਾਗਤ। ਮੈਂ ਗੁਰਪ੍ਰੀਤ ਸਿੰਘ ਸੰਧੂ ਹਾਜ਼ਰਾਂ ਲੈ ਕੇ ਅੱਜ ਦਾ ਲਾਈਵ ਕਰਨ ਵਾਸਤੇ ਅਸੀਂ ਚੜ ਗਏ ਆਪਣਾ ਐਂਟੀਨਾ ਲੈ ਕੇ ਚੁਬਾਰੇ ਤੇ ਮਕਾਨਾਂ ਦੀ ਛੱਤ ਦੇ ਉੱਤੋਂ ਅੱਜ ਤੁਹਾਡਾ ਅਸੀਂ ਲਾਈਵ ਗੱਲਬਾਤ ਕਰਾਂਗੇ। ਸਾਡੇ ਨਾਲ ਜੁੜ ਚੁੱਕੇ ਨੇ ਉੱਘੇ ਵਿਦਵਾਨ ਨੇ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ। ਘੱਗਾ ਜੀ, ਤੁਹਾਡਾ ਹਾਰਦਿਕ ਸਵਾਗਤ ਜੀ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ। ਘੱਗਾ ਸਾਹਿਬ, ਇੱਕ ਪਾਸੇ ਰਾਹੁਲ ਗਾਂਧੀ ਜੀ ਆਏ ਆ ਪੰਜਾਬ ਦੇ ਵਿੱਚ, ਹਰਮੰਦਰ ਸਾਹਿਬ ਮੱਥਾ ਟੇਕਿਆ, ਬੜੀ ਮੀਡੀਆ ਵਾਲੇ ਚਰਚਾ ਕਰਦੇ ਆ, ਲਓ ਜੀ ਕੇਸਰੀ ਪੱਗ ਬੰਨ ਕੇ ਮੱਥਾ ਟੇਕਿਆ ਤੇ ਆਹ ਕਰ ਦਿੱਤਾ। ਤੇ ਦੂਜੇ ਪਾਸੇ ਪੰਥ ਦੇ ਵਿੱਚ ਦੇਖੀਏ, ਇੱਕ ਪਾਸੇ ਦੇ ਪੱਗ ਵਾਲਾ ਰਾਹੁਲ ਗਾਂਧੀ ਚਰਚਾ ਵਿੱਚ ਹੈ ਤੇ ਦੂਜੇ ਪਾਸੇ ਦੋ ਦਮਾਲਿਆਂ ਵਾਲੇ ਸਿੰਘ ਜਿਹੜੇ ਆ ਉਹ ਚਰਚਾ ਵਿੱਚ ਨੇ। ਕੀ ਲੱਗਦਾ ਪੰਥਕ ਰਾਜਨੀਤੀ, ਪੰਥਕ ਰਣਨੀਤੀ ਇਸ ਵਕਤ ਜਿਹੜਾ ਇਹ ਵਿਚਾਰ ਚਰਚਾ ਕਿਹੋ ਜਿਹੀ ਚੱਲ ਰਹੀ ਹੈ, ਕਿਵੇਂ ਦੇਖਦੇ ਹੋ ਇਹਨਾਂ ਦੋਨਾਂ ਚੀਜ਼ਾਂ ਨੂੰ? ਇਹ ਜੀ ਸਾਡੇ ਪਲਾਨਿੰਗ ਕੋਈ ਨਹੀਂ ਹੈ ਸਾਡੇ ਲੀਡਰਾਂ ਦੀ। ਕਦੇ ਕੋਈ ਜਵਾਕ ਖੜਾ ਹੋ ਕੇ, ਮੈਂ ਇਹਨਾਂ ਨੂੰ ਜਵਾਕ ਤਾਂ ਕਹਿਣਾ ਕਿ ਇਹਨਾਂ ਕੋਲੇ ਜ਼ਿੰਦਗੀ ਦਾ ਕੋਈ ਲੰਮਾ ਨਾ ਪਲਾਨਿੰਗ ਹੈ, ਨਾ ਕੋਈ ਤਜਰਬਾ ਹੈ, ਨਾ ਇਹਨਾਂ ਦਾ ਕੋਈ ਪਿਛੋਕੜ ਹੈ ਕਿ ਇਹਨਾਂ ਨੇ ਪਹਿਲਾਂ ਕੋਈ ਬਹੁਤ ਵੱਡਾ ਪੰਥ ਦੇ ਭਲੇ ਦਾ, ਮਨੁੱਖਤਾ ਦੇ ਭਲੇ ਦਾ ਕੋਈ ਵੱਡਾ ਕਾਰਜ ਕੀਤਾ ਹੋਵੇ। ਜਿਵੇਂ ਵਿੱਕੀ ਥੋਮਸ ਤੇ ਅੰਮ੍ਰਿਤਪਾਲ ਸਿੰਘ, ਇਹਨਾਂ ਨੇ ਇਹੋ ਜਿਹਾ ਕੋਈ ਵਡੇਰਾ ਕੰਮ ਨਹੀਂ ਕੀਤਾ। ਫੌਰੀ ਤੌਰ ਤੇ ਆਏ ਨੇ, ਗਰਮਾ ਗਰਮ ਭਾਸ਼ਣ ਦੇ ਕੇ ਅੱਗੇ ਵਧਣ ਵਾਸਤੇ ਇਹ ਦੋਵੇਂ ਯਤਨਸ਼ੀਲ ਨੇ। ਤੇ ਇਸ ਤਰ੍ਹਾਂ ਅੱਗੇ ਨਹੀਂ ਵਧਿਆ ਜਾ ਸਕਦਾ। ਬਲਕਿ ਜਿਹੜਾ ਬੰਦਾ ਲੰਮੀ ਪਲਾਨਿੰਗ ਬਣਾ ਕੇ ਇਹ ਕਹਿ ਲਈਏ ਕਿ ਗੁਰੂ ਨਾਨਕ ਸਾਹਿਬ ਨੇ ਵੀ ਇੰਨੀ ਜਲਦਬਾਜ਼ੀ ਨਹੀਂ ਕੀਤੀ ਹੋਵੇਗੀ, ਉਹਨਾਂ ਨੇ ਵੀ ਲੋਕਾਂ ਨੂੰ ਗਿਆਨ ਦੇ ਕੇ, ਅਕਲ ਦੇ ਕੇ, ਸਿੱਧੇ ਰਾਹ ਪਾਉਣ ਦੇ ਵਿੱਚ ਮਿਲਵਰਤਨ ਦੇ ਨਾਲ, ਇਕਮਿਕਤਾ ਦੇ ਨਾਲ, ਸਾਂਝ ਭਿਆਲੀ ਦੇ ਨਾਲ ਉਹਨਾਂ ਨੂੰ ਅੱਗੇ ਚੱਲਣ ਵਾਸਤੇ ਆਖਿਆ। ਤੇ ਤਾਂ ਕਿਤੇ ਜਾ ਕੇ ਬਹੁਤ ਲੰਮੇ ਸਮੇਂ ਤੋਂ ਬਾਅਦ ਥੋੜੀ ਬਹੁਤ ਸਾਨੂੰ ਪ੍ਰਾਪਤੀ ਹੋਈ ਹੈ। ਤੇ ਉਦੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਤਾਂ ਫਿਰ ਆਪਾਂ ਖੇਰੂ ਖੇਰੂ ਹੋ ਗਏ ਨੇ। ਤੇ ਅੱਜ ਵੀ ਇਹ ਭਾਈ ਕੋਈ ਲੰਮੀ ਪਲਾਨਿੰਗ ਨਹੀਂ ਬਣਾ ਰਹੇ। ਤੇ ਦੂਜੀ ਗੱਲ, ਤੇ ਜਿਹੜਾ ਰਾਹੁਲ ਗਾਂਧੀ ਦੇ ਨਾਲ ਇਹਨਾਂ ਕੋ ਜੋੜਿਆ ਜਾਂਦਾ ਹੈ, ਇੱਥੇ ਤਾਂ ਭਾਈ ਕੋਈ ਵੀ ਬੰਦਾ ਦਰਬਾਰ ਸਾਹਿਬ ਆਵੇ, ਜੇ ਤਾਂ ਉਹ ਮੱਥਾ ਨਹੀਂ ਟੇਕਦਾ ਤਾਂ ਵੀ ਹਾਹਾਕਾਰ ਮਚ ਜਾਂਦੀ ਹੈ ਕਿ ਦਰਬਾਰ ਸਾਹਿਬ ਮੱਥਾ ਟੇਕਣ ਕਿਉਂ ਨਹੀਂ ਆਇਆ। ਜੇ ਉਹ ਮੱਥਾ ਟੇਕਣ ਆ ਗਿਆ ਤਾਂ ਚਾਅ ਚੜ ਜਾਂਦਾ ਹੈ ਕਿ ਇੰਗਲੈਂਡ ਦੀ ਮਹਾਰਾਣੀ ਵੀ ਇੱਥੇ ਮੱਥਾ ਟੇਕਣ ਆਉਂਦੀ ਹੈ। ਇਹਨਾਂ ਨੇ ਤਾਂ ਰਸਮ ਪੂਰਤੀ ਵਾਸਤੇ ਦੁਰਗਿਆਣਾ ਮੰਦਿਰ ਵੀ ਜਾਣਾ, ਇਹਨੇ ਤਾਂ ਜਿਹੜਾ ਮੁਸਲਮਾਨਾਂ ਦੀ ਮਸਜਿਦ ਹੈ ਕੋਈ ਵੱਡੀ, ਉਹਦੇ ਵਿੱਚ ਵੀ ਜਾਣਾ ਤੇ ਦਰਬਾਰ ਸਾਹਿਬ 'ਚ ਵੀ ਜਾਣਾ। ਇਹ ਸਾਰੀਆਂ ਰਸਮ ਪੂਰਤੀਆਂ ਨੇ। ਇਹਨੇ ਜੇ ਪੱਗ ਤੁਹਾਨੂੰ ਤੋਂ ਸਗੋਂ ਖੁਸ਼ ਹੋਣਾ ਚਾਹੀਦਾ ਹੈ। ਤੇ ਵੈਸੇ ਉਂਝ ਮੈਂ ਤੁਹਾਨੂੰ ਦੱਸ ਦੇਵਾਂ ਕਿ ਰਾਜਨੀਤਿਕ ਲੀਡਰ ਨੇ ਜਿਹੜੇ, ਜਦੋਂ ਹਿਮਾਚਲ 'ਚ ਜਾਂਦੇ ਨੇ ਤੇ ਉਹਨਾਂ ਵਰਗੀ ਪੱਗ ਜਾਂ ਟੋਪੀ ਉਹ ਸਿਰ ਤੇ ਰੱਖ ਲੈਂਦੇ ਨੇ। ਜਦੋਂ ਰਾਜਸਥਾਨ ਜਾਂਦੇ ਨੇ, ਕਿਸੇ ਹੋਰ ਸੂਬੇ ਜਾਂਦੇ ਨੇ, ਉਹਨਾਂ ਦਾ ਪਹਿਰਾਵਾ ਪਹਿਨ ਲੈਂਦੇ ਨੇ। ਜਦੋਂ ਮੋਦੀ ਜੀ ਪ੍ਰਧਾਨ ਮੰਤਰੀ ਦੇਸ਼ ਦੇ ਪੰਜਾਬ ਦੇ ਦੌਰੇ ਤੇ ਆਏ ਸੀ ਕਾਫੀ ਪਹਿਲਾਂ, ਤੇ ਉਹਨਾਂ ਨੇ ਵੀ ਇੱਥੇ ਪੱਗ ਬੰਨ ਕੇ ਹੀ ਦਰਬਾਰ ਸਾਹਿਬ 'ਚ ਮੱਥਾ ਟੇਕਿਆ ਸੀ ਤੇ ਵੱਡੀਆਂ ਸਭਾਵਾਂ ਦੇ ਵਿੱਚ ਲੈਕਚਰ ਕੀਤੇ ਸੀ, ਉਹ ਦਸਤਾਰ ਸਜਾ ਕੇ ਹੀ ਕੀਤੇ ਸੀ। ਬਿਲਕੁਲ ਜੀ। ਤੇ ਰਹੀ ਗੱਲ ਕਿ ਇਹ ਤਾਂ ਜੀ ਪੱਗ ਦਾ ਜਿਹੜਾ ਸਤਿਕਾਰ, ਇਹਨੂੰ ਕੀ ਪਤਾ ਕੀ ਹੁੰਦਾ। ਮੈਂ ਤਾਂ ਸ਼ਰੇਆਮ ਕਹਿਣ ਤੇ ਮਜਬੂਰ ਆ, ਫਿਰ ਪੱਗ ਦਾ ਸਤਿਕਾਰ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿਆਦਾ ਪਤਾ ਹੈ, ਜਿਹੜਾ 50 ਸਾਲ ਤੋਂ ਸਾਡਾ ਬੇੜਾ ਗਰਕ ਕਰਦਾ ਆ ਰਿਹਾ ਹੈ। ਉਹ ਵੀ ਪੱਗਾਂ ਬੰਨੀ ਬੈਠੇ ਨੇ ਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਵੀ ਮਨ 'ਚ ਡਰ ਨਹੀਂ ਰੱਖਿਆ ਕਿ ਉਹਨਾਂ ਦੀ ਬੇਅਦਬੀ ਕਰ ਰਹੇ ਹਾਂ ਅਸੀਂ। ਤੇ ਜਿਨ੍ਹਾਂ ਨੇ ਇਹਨੂੰ ਤਾਂ ਕਹਿ ਰਹੇ ਨੇ ਰਾਹੁਲ ਗਾਂਧੀ ਨੂੰ ਕਿ ਇਹਨੇ ਦਰਬਾਰ ਸਾਹਿਬ ਤੇ ਹਮਲੇ ਬਾਰੇ ਮਾਫੀ ਨਹੀਂ ਮੰਗੀ, ਮਾਫੀ ਮੰਗਣੀ ਚਾਹੀਦੀ ਹੈ। ਕੀ ਬਾਦਲ ਨੇ, ਟੌੜੇ ਨੇ, ਤਲਵੰਡੀ ਨੇ, ਜਿਹੜੇ ਸਾਡੇ ਵੱਡੇ ਲੀਡਰ ਸੀ, ਉਹਨਾਂ ਨੇ ਮਾਫੀ ਮੰਗੀ ਸੀ ਕਿ ਸਾਤੋਂ ਵੀ ਕੁਝ ਗਲਤੀਆਂ ਹੋਈਆਂ ਨੇ, ਅਸੀਂ ਇਹਨਾਂ ਸਾਡੇ ਨੌਜਵਾਨਾਂ ਨੂੰ ਸਹੀ ਅਗਵਾਈ ਨਹੀਂ ਦੇ ਸਕੇ। ਅਸੀਂ ਜੇ ਮੌਕੇ ਸਿਰ ਭਾਰਤ ਸਰਕਾਰ ਨੂੰ ਕਹਿ ਦਿੰਦੇ ਕਿ ਇਹ ਵੱਡੇ ਹਥਿਆਰ ਚੁੱਕੀ ਫਿਰਦੇ ਨੇ, ਇਹਨਾਂ ਤੇ ਕੰਟਰੋਲ ਕਰੋ, ਤਾਂ ਕੁਝ ਇੱਕ ਮੁੰਡਿਆਂ ਨੂੰ ਭਾਵੇਂ ਕੈਦ ਤਾਂ ਹੋ ਜਾਂਦੀ ਪਰ ਮਾਰਕਾਟ ਨਹੀਂ ਸੀ ਹੋਣੀ ਫਿਰ। ਤੇ ਕੈਦੀ ਵੀ ਬਾਅਦ ਦੇ ਵੀ ਛੁੱਟ ਜਾਣੇ ਸੀ। ਜਿਹੜੀਆਂ ਇਹਨਾਂ ਤੋਂ ਗਲਤੀਆਂ ਹੋਈਆਂ ਨੇ, ਉਹਨਾਂ ਗਲਤੀਆਂ ਵਾਸਤੇ ਕਦੇ ਸਾਡੇ ਲੀਡਰ ਵੀ ਮਾਫੀ ਮੰਗਣਗੇ, ਵੱਡੀਆਂ ਵੱਡੀਆਂ ਪੱਗਾਂ ਵਾਲੇ? ਕਦੀ ਸੋਚ ਕੇ ਵੇਖ ਲਓ। ਇਧਰਲੇ ਪਾਸੇ ਕੋਈ ਧਿਆਨ ਨਹੀਂ। ਜੇ ਉਹਨੇ ਪੱਗ ਬੰਨ ਲਈ, ਉਹਦੇ ਤੇ ਵਾਬੇਲਾ ਖੜਾ ਕਰ ਦਿੱਤਾ, ਜਾਣੀ ਕਿ ਬਿਆਨ ਦੇਣ ਦਾ ਇੱਕ ਤਮਾਸ਼ਾ ਬਣਾਇਆ ਹੋਇਆ। ਕੀ ਲੱਗਦਾ ਜਿਹੜੇ ਰਾਹੁਲ ਗਾਂਧੀ ਹੋਣੀ ਹੈ, ਇਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਨੇ ਦਾੜੀ ਵਧਾਉਣੀ ਵੀ ਸ਼ੁਰੂ ਕੀਤੀ ਸੀ, ਮੁੱਛਾਂ ਦਾੜੀ ਵੀ ਪਿਛਲੇ ਦਿਨਾਂ ਤੋਂ ਵੱਧ ਰਹੀਆਂ ਸੀ ਤੇ ਪੰਜਾਬ ਯਾਤਰਾ ਵਾਸਤੇ ਸਮਾਂ ਵੀ ਸ਼ਾਇਦ ਇਸ ਕਰਕੇ ਪਾਇਆ ਗਿਆ ਕਿ ਦਾੜੀ ਥੋੜੀ ਹੋਰ ਵੱਧ ਲਵੇ। ਉਸ ਤੋਂ ਬਾਅਦ ਜਦੋਂ ਆਉਂਦੇ ਆ ਤੇ ਪੱਗ ਦੇ ਰੂਪ 'ਚ ਸਾਹਮਣੇ ਆਉਂਦੇ ਆ।
ਕਈ ਹਾਂਜੀ ਮੀਡੀਆ ਵਾਲੇ ਇਹ ਦਾਅਵਾ ਕਰਦੇ ਫਿਰਦੇ ਆ ਵੀ ਇਹ ਪੰਜਾਬੀ ਕਲਚਰ ਵਾਸਤੇ ਮਾਣ ਵਾਲੀ ਗੱਲ ਹੈ ਜੀ, ਇਹਦੇ ਨਾਲ ਪੰਜਾਬੀ ਕਲਚਰ ਨੂੰ ਫਾਇਦਾ ਹੋਊ ਜੀ, ਪੱਗ ਬੰਨਣ ਦਾ ਸ਼ੌਕ ਪੈਦਾ ਹੋਊ ਸਾਰਾ ਲੋਕਾਂ 'ਚ। ਕੋਈ ਗੱਲ ਏਦਾਂ ਦੀ ਨਜ਼ਰ ਆਉਂਦੀ ਆ? ਪੰਜਾਬੀ ਕਲਚਰ ਨੂੰ ਕੋਈ ਫਾਇਦਾ ਨਹੀਂ ਹੋਣਾ, ਪਰ ਲੋਕ ਰੀਸ ਦੇ ਤੌਰ ਤੇ ਜਿਵੇਂ ਫਿਲਮੀ ਕਲਾਕਾਰ ਨੇ ਉਹਨਾਂ ਦੀ ਵੀ ਰੀਸ ਕੁਝ ਸਮੇਂ ਵਾਸਤੇ ਕਰ ਲੈਂਦੇ ਨੇ। ਕੋਈ ਗਾਇਕ ਨੇ, ਕੋਈ ਵੱਡੇ ਖਿਡਾਰੀ ਨੇ, ਕੋਈ ਵੱਡਾ ਅਮੀਰ ਬੰਦਾ ਹੈ, ਉਹਨੂੰ ਵੇਖ ਕੇ ਲੋਕੀ ਰੀਸ ਕਰ ਲੈਂਦੇ ਨੇ। ਜੇ ਤਾਂ ਸੱਚਮੁੱਚ ਉਸ ਬੰਦੇ ਨੇ ਲੋਕ ਭਲਾਈ ਦੇ ਕੋਈ ਕੰਮ ਕੀਤੇ ਨੇ, ਫਿਰ ਤਾਂ ਹੌਲੀ ਹੌਲੀ ਉਹਦੀ ਰੀਸ ਕਰਕੇ ਉਹਦੇ ਵਰਗਾ ਬਣਨ ਦਾ ਯਤਨ ਕਰਦੇ ਨੇ। ਪਰ ਫੌਰੀ ਤੌਰ ਤੇ ਕੁਝ ਦਿਨਾਂ ਵਾਸਤੇ ਹੀ ਇਹ ਰੀਸ ਹੁੰਦੀ ਹੈ ਤੇ ਬਾਅਦ ਦੇ ਵਿੱਚ ਭੁੱਲ ਭੁਲਾਈ ਹੋ ਜਾਂਦੀ ਹੈ। ਤੇ ਰਹੀ ਗੱਲ ਆ ਪੱਗ ਦੇ ਸਤਿਕਾਰ ਦੀ, ਇਹਨਾਂ ਭਰਾਵਾਂ ਨੂੰ ਇਹ ਵੀ ਨਹੀਂ ਪਤਾ ਜਦੋਂ ਕਿਤੇ ਕੋਈ ਧਾਰਮਿਕ ਜਲੂਸ ਅਤੇ ਰਾਜਨੀਤਿਕ ਜਲੂਸ ਨਿਕਲਦਾ ਹੈ, ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਨੇ, ਹਰੇਕ ਦੇ ਹੱਥਾਂ ਦੇ ਵਿੱਚ ਉਹ ਕੇਸਰੀ ਝੰਡੇ ਪਕੜੇ ਹੁੰਦੇ ਨੇ ਤੇ ਝੰਡਿਆਂ ਵੇਚਣ ਵਾਲੇ ਥਾਂ ਥਾਂ ਤੇ ਦੁਕਾਨਾਂ ਲਾਈ ਬੈਠੇ ਹੁੰਦੇ ਨੇ ਤੇ ਕਈਆਂ ਥਾਵਾਂ ਤੇ ਰੁੱਖਾਂ ਦੇ ਉੱਤੇ ਵੀ ਉਹ ਝੰਡੇ ਟੰਗੇ ਪਏ ਹੁੰਦੇ ਨੇ। ਤੇ ਉਦੋਂ ਤੁਹਾਡੇ ਨਿਸ਼ਾਨ ਸਾਹਿਬ ਦਾ ਬਹੁਤ ਸਤਿਕਾਰ ਹੋ ਰਿਹਾ ਹੁੰਦਾ। ਕਦੀ ਸੋਚ ਕੇ ਤਾਂ ਵੇਖ ਲਓ, ਗੱਡਿਆਂ ਤੇ, ਘੋੜਿਆਂ ਤੇ, ਟਾਂਗਿਆਂ ਤੇ ਸਾਰੇ ਕਿਤੇ ਨਿਸ਼ਾਨ ਸਾਹਿਬ ਲਾ ਕੇ ਬਹਿ ਜਾਂਦੇ ਹੋ, ਉਦੋਂ ਤੁਹਾਨੂੰ ਕੋਈ ਚੇਤਾ ਨਹੀਂ ਆਉਂਦਾ। ਜੇ ਕਿਸੇ ਇਹਨੇ ਭਾਈ ਰਾਹੁਲ ਗਾਂਧੀ ਨੇ ਇੱਕ ਕੇਸਰੀ ਦਸਤਾਰ ਸਜਾ ਲਈ ਤਾਂ ਕੋਈ ਹੱਕ 'ਚ ਕੋਈ ਵਿਰੋਧ 'ਚ ਖੱਪਖਾਨਾ ਪਾਇਆ ਪਿਆ। ਭਲੇ ਮਾਨਸੋ ਵਕਤੀ ਤੌਰ ਤੇ ਰਾਜਨੀਤਿਕ ਲਾਹਾ ਲੈਣ ਵਾਸਤੇ ਉਸ ਸੱਭਿਆਚਾਰ ਨੂੰ, ਉਸ ਕਲਚਰ ਨੂੰ ਉਹਦੇ ਅਨੁਸਾਰ ਅਪਣਾ ਲੈਂਦੇ ਨੇ ਤੇ ਬਾਅਦ ਦੇ ਵਿੱਚ ਜਦੋਂ ਦੂਜੇ ਸੂਬੇ ਜਾਊਗਾ ਉਹਨੇ ਹੋਰ ਤਰ੍ਹਾਂ ਦਾ ਪਹਿਰਾਵਾ ਪਹਿਨ ਲੈਣਾ। ਇਹਦੇ ਵਿੱਚ ਕੋਈ ਨਾ ਖਿੱਚ ਵਾਲੀ ਗੱਲ ਹੈ, ਨਾ ਕੋਈ ਨਫ਼ਰਤ ਵਾਲੀ ਗੱਲ ਹੈ। ਇਹਨੂੰ ਆਮ ਹੀ ਸਧਾਰਨ ਤਰੀਕੇ ਨਾਲ ਆਪਾਂ ਲਈਏ। ਬਿਲਕੁਲ ਜੀ, ਬਿਲਕੁਲ। ਔਰ ਜਿਹੜੇ ਆਪਾਂ ਆਪਣੀ ਦੋ ਨੌਜਵਾਨਾਂ ਦੀ ਗੱਲ ਕਰ ਰਹੇ ਸੀ ਪ੍ਰੋਫੈਸਰ ਸਾਹਿਬ, ਇੱਕ ਤਾਂ ਅਮਰਤਪਾਲ ਸਿੰਘ ਹੋਣੀ, ਉਹਨਾਂ ਦਾ ਛੂਹਿਆ, ਤੇ ਇੱਕ ਉਹ ਮੁੰਡਾ ਕ੍ਰਿਸਚੀਅਨ ਸੀਗਾ, ਉਹ ਹੁਣ ਨਾਮ ਦੇ ਨਾਲ ਸਿੰਘ ਲਾਈ ਫਿਰਦਾ, ਦਮਾਲਾ ਸਜਾਈ ਫਿਰਦਾ। ਪਿੱਛੇ ਜੇ ਉਹ ਵੀ ਉਹਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਨੇ ਕਿ ਉਹ ਵੀ ਗਾਂਧੀ ਪਰਿਵਾਰ ਦੇ ਬਹੁਤ ਨੇੜੇ ਆ। ਸੋਨੀਆ ਗਾਂਧੀ ਨਾਲ, ਪ੍ਰਿਯੰਕਾ ਦੇ ਨਾਲ ਤੇ ਹੋਰਨਾਂ ਦੇ ਨਾਲ ਉਹਦੀਆਂ ਤਸਵੀਰਾਂ ਆਈਆਂ ਨੇ ਆਸ਼ੀਰਵਾਦ ਲੈਂਦੇ ਦੀਆਂ, ਠੀਕ ਹੈ ਨਾ। ਉਹ ਹੁਣ ਆ ਕੇ ਪਿਛਲੇ ਕੁਝ ਦਿਨਾਂ ਤੋਂ, ਜਿਵੇਂ ਤੁਸੀਂ ਗੱਲ ਕਹੀ ਹੈ ਵੀ ਕੱਲ ਦੇ ਜਿਹੜੇ ਛੋਕਰੇ ਆ ਉਹ ਆ ਕੇ ਜਿਵੇਂ ਅਮਰਤਪਾਲ ਸਿੰਘ ਉਹਨਾਂ ਦੀ ਗੱਲ ਕਰੀਏ, ਉਹਨਾਂ ਦੀ ਭਾਸ਼ਾ 'ਚ ਤਾਂ ਉਹ ਕਹਿੰਦੇ ਹੁੰਦੇ ਸੀ ਕੱਲ ਦੀ ਭੂਤਨੀ ਸਿਵਿਆਂ ਚੱਦ। ਤੇ ਕੀ ਲੱਗਦਾ ਤੁਸੀਂ ਇਹਨਾਂ ਨੂੰ ਕਿਵੇਂ ਦੇਖਦੇ ਹੋ? ਜੇ ਇਹਨਾਂ ਨੂੰ ਅਗਰ ਰਿਸਪੌਂਸ ਇਸ ਤਰੀਕੇ ਨਾਲ ਭੜਕਾਊ ਗੱਲਾਂ ਕਰਨ ਦਾ ਜਿਵੇਂ ਤੁਸੀਂ ਦੱਸਿਆ ਮਿਲ ਰਿਹਾ, ਤੇ ਉਹਦੇ 'ਚ ਵੀ ਸਾਡਾ ਪੰਜਾਬੀਆਂ ਦਾ ਕਿੰਨਾ ਕੁ ਕਸੂਰ ਹੈ? ਪੰਜਾਬੀਆਂ ਨੂੰ ਕੀ ਰਣਨੀਤੀ ਅਡਾਪਟ ਕਰਨ ਦੀ ਲੋੜ ਹੈ? ਕਿਵੇਂ ਦੇਖਦੇ ਹੋ ਸਾਰੇ ਵਰਤਾਰੇ? ਮੈਂ ਤਾਂ ਜੀ ਜਿਹੜਾ ਪਹਿਲਾਂ 84 ਦਾ ਕਾਂਡ ਵਾਪਰਿਆ ਉਹਦੇ ਤੋਂ ਲੈ ਕੇ, ਬਲਕਿ ਉਦੋਂ ਵੀ ਪਿੱਛੇ 1978 ਦਾ ਨਿਰੰਕਾਰੀਆਂ ਨਾਲ ਜਿਹੜਾ ਟਕਰਾਅ ਹੋਇਆ, ਉਦੋਂ ਵੀ ਅਕਾਲੀਆਂ ਦੀ ਸਰਕਾਰ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਦੋਂ ਮੁੱਖ ਮੰਤਰੀ ਸੀ। ਤੇ ਜਿਹੜਾ ਅੰਗਰੇਜ਼ੀ ਟ੍ਰਿਬਿਊਨ ਦਾ ਪੱਤਰਕਾਰ ਸੀ ਸਰਦਾਰ ਦਲਬੀਰ ਸਿੰਘ, ਉਹਨੇ ਆਪਣੀ ਕਿਤਾਬ ਨੇੜਿਓਂ ਡਿੱਠੇ ਭਿੰਡਰਾਂ ਵਾਲੇ, ਉਹਦੇ ਵਿੱਚ ਸਾਰਾ ਬਿਰਤਾਂਤ ਦੱਸਿਆ ਹੋਇਆ ਕਿ ਬਾਦਲ ਸਾਹਿਬ ਉਦੋਂ ਅੰਮ੍ਰਿਤਸਰ ਦੇ ਵਿੱਚ ਰੈਸਟ ਹਾਊਸ ਦੇ ਵਿੱਚ ਆਪ ਬੈਠੇ ਹੋਏ ਸੀ। ਨਿਰੰਕਾਰੀਆਂ ਦੇ ਨਾਲ ਕਿਹੋ ਜਿਹਾ ਵਰਤਾਅ ਕਰਨਾ ਹੈ, ਕਿਹਨੇ ਗੋਲੀ ਚਲਾਉਣੀ ਹੈ, ਕੀ ਕਰਨਾ ਹੈ, ਇਹ ਸਾਰਾ ਕੁਝ ਬਾਦਲ ਦੇ ਹੁਕਮ ਦੇ ਨਾਲ ਉੱਥੇ ਹੋ ਰਿਹਾ ਸੀ। ਤੇ ਬਾਅਦ ਦੇ ਵਿੱਚ ਇਹਨਾਂ ਨੇ ਉਹਦਾ ਲਾਹਾ ਲਿਆ ਤੇ ਅੱਗੋਂ ਫਿਰ ਗੱਲ ਖਾੜਕੂਵਾਦ ਵੱਲ ਤੁਰਦੀ ਗਈ, ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਦਾ ਵਿਕਾਰ ਘਟਦਾ ਜਾ ਰਿਹਾ ਸੀ। ਤੇ ਕਦੀ ਕਾਂਗਰਸ ਉੱਪਰ ਆਉਣਾ ਚਾਹੁੰਦੀ ਸੀ, ਕਦੇ ਅਕਾਲੀ ਅੱਗੇ ਵਧਣਾ ਚਾਹੁੰਦੇ ਸੀ। ਇਸ ਤਰ੍ਹਾਂ ਇਹ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਵੱਲੋਂ ਹਟਾ ਕੇ ਸਿੱਖਾਂ ਨਾਲ ਜਾਤੀ ਹੁੰਦੀ ਹੈ, ਸਿੱਖਾਂ ਤੇ ਜ਼ੁਲਮ ਹੁੰਦਾ ਹੈ, ਸਿੱਖਾਂ ਨਾਲ ਵਿਤਕਰਾ ਹੁੰਦਾ ਹੈ, ਇਹ ਗੱਲਾਂ ਕਰ ਕਰਕੇ, ਲੈਕਚਰ ਕਰ ਕਰਕੇ। ਤੇ ਮੈਂ ਬਾਦਲ ਸਾਹਿਬ ਬਾਰੇ ਇਹ ਵੀ ਦੱਸ ਦੇਵਾਂ ਕਿ ਭਾਰਤ ਦੇ ਸੰਵਿਧਾਨ ਨੂੰ ਬਾਦਲ ਸਾਹਿਬ ਨੇ ਰੋਸ ਪ੍ਰਗਟ ਕਰਦੇ ਹੋਏ ਆਪ ਅੱਗ ਲਾਈ ਤੇ ਮੁੰਡਿਆਂ ਨੂੰ ਜੋਸ਼ ਆਇਆ ਕਿ ਅਸੀਂ ਇਹ ਸੰਵਿਧਾਨ ਨੂੰ ਨਹੀਂ ਮੰਨਦੇ, ਕਿਉਂ ਇਹ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ ਹਿੰਦੂ ਲਿਖਿਆ ਹੋਇਆ 25 ਧਾਰਾ ਦੇ ਮੁਤਾਬਕ। ਤੇ ਇੱਥੇ ਜਦੋਂ ਬਾਦਲ ਸਾਹਿਬ ਨੂੰ 2-4 ਦਿਨਾਂ ਵਾਸਤੇ, ਕੁਝ ਦਿਨਾਂ ਵਾਸਤੇ ਜੇਲ੍ਹ ਭੇਜ ਦਿੱਤਾ ਗਿਆ ਤੇ ਜਦੋਂ ਇਹ ਜ਼ਮਾਨਤ ਤੇ ਬਾਹਰ ਆ ਗਿਆ, ਇਹਨੂੰ ਅਦਾਲਤ ਦੇ ਵਿੱਚ ਪੁੱਛਿਆ ਗਿਆ ਤੂੰ ਸੰਵਿਧਾਨ ਦੀ ਬੇਅਦਬੀ ਕੀਤੀ ਹੈ? ਕਹਿੰਦਾ ਜੀ ਬਿਲਕੁਲ ਨਹੀਂ ਕੀਤੀ, ਮੈਂ ਤਾਂ ਸੰਵਿਧਾਨ ਦੀ ਫੋਟੋ ਕਾਪੀ ਲਈ ਸੀ, ਉਹਨੂੰ ਅੱਗ ਲਾਈ ਹੈ, ਅਸਲੀ ਸੰਵਿਧਾਨ ਥੋੜਾ ਸੀ ਉਹ। ਤੇ ਅਦਾਲਤ ਨੇ ਇਹਨੂੰ ਬਾਇਜ਼ਤ ਬਰੀ ਕਰ ਦਿੱਤਾ। ਇਹ ਤਾਂ ਬਚਣਾ ਜਾਣਦੇ ਨੇ ਤੇ ਸਾਨੂੰ ਤਾਂ ਬਚਣਾ ਨਹੀਂ ਆਉਂਦਾ। ਉਸ ਤੋਂ ਬਾਅਦ 84 ਦਾ ਕਾਂਡ ਵਾਪਰ ਗਿਆ ਤੇ ਜੇ ਇਹ ਥੋੜੇ ਬਹੁਤ ਦੂਰ ਅੰਦੇਸ਼ ਹੁੰਦੇ ਤਾਂ ਜਦੋਂ ਉੱਥੇ ਹਥਿਆਰਾਂ ਦੇ ਜ਼ਖੀਰੇ ਇਕੱਠੇ ਹੋਣ ਲੱਗੇ ਸੀ, ਟਰੱਕ ਭਰ ਕੇ ਅੰਦਰ AK-47 ਦੇ ਆਉਣ ਲੱਗੇ ਸੀ, ਤੇ ਉਦੋਂ ਇਹਨਾਂ ਦਾ ਫਰਜ਼ ਬਣਦਾ ਸੀ ਪੰਜਾਬ ਪੁਲਿਸ ਨੂੰ, ਜੇ ਪੰਜਾਬ ਪੁਲਿਸ ਨਹੀਂ ਮੰਨਦੀ ਗੱਲ ਇਹਨਾਂ ਦੀ, ਤਾਂ ਭਾਰਤ ਸਰਕਾਰ ਤੱਕ ਸੁਨੇਹਾ ਪਹੁੰਚਾਉਣਾ ਬਣਦਾ ਸੀ ਕਿ ਉਹਨਾਂ ਨੂੰ ਰੋਕੋ, ਇੱਥੇ ਨਜਾਇਜ਼ ਹਥਿਆਰ ਆ ਰਹੇ ਨੇ, ਉਹ ਧਰਮ ਸਥਾਨ ਨੂੰ ਭ੍ਰਿਸ਼ਟ ਕਰਨਗੇ ਲੋਕ।
ਤਾਂ ਇਸ ਤਰ੍ਹਾਂ ਇਹਨਾਂ ਨੇ ਨਹੀਂ ਕੀਤਾ। ਤੇ ਫਿਰ ਉਸ ਤੋਂ ਬਾਅਦ ਜਿਹੜਾ ਇਹ ਦਰਬਾਰ ਸਾਹਿਬ ਹੈ ਇਹ ਜੰਗ ਦਾ ਅਖਾੜਾ ਬਣਦਾ ਗਿਆ, ਹੋਰ ਗੁਰਦੁਆਰੇ ਵੀ ਬਣਦੇ ਗਏ ਤੇ ਇਹ ਲਗਾਤਾਰ ਸਿਲਸਿਲਾ ਚੱਲਦਾ ਗਿਆ। ਮੈਂ ਆਪ ਸਾਰਾ ਕੁਝ ਇਹਦੇ ਵਿੱਚੋਂ ਦੀ ਲੰਘਿਆ ਹੋਇਆ। ਉਪਰੰਤ ਦੇ ਖਾੜਕੂ ਜਿਹੜਾ ਅੱਗੇ ਕਤਲੋਗਾਰਤ ਹੋਈ ਆ 1993-94 ਚ, ਉਹ ਵੀ ਮੈਂ ਅੱਖੀ ਵੇਖਿਆ, ਅਖਬਾਰਾਂ 'ਚ ਪੜ੍ਹਿਆ ਤੇ ਪੁਆਇੰਟ ਨੋਟ ਕੀਤੇ ਨੇ ਕਿਹਨੇ ਕੀ ਕੀਤਾ, ਕਿਹਨੇ ਕੀ ਕੀਤਾ। ਉਦੋਂ ਵੀ ਸਾਰੇ ਅਕਾਲੀ ਜਿਉਂਦੇ ਜਾਗਦੇ ਬੈਠੇ ਰਹੇ, ਕਿਸੇ ਨੇ ਕੋਈ ਵਾਅਦਾ ਨਾਰਾ ਤੱਕ ਨਹੀਂ ਮਾਰਿਆ, ਕੇਵਲ ਮਗਰਮੱਛ ਦੇ ਹੰਝੂ ਕੇਰੇ ਨੇ। ਆਪ ਇਹਨਾਂ ਦੇ ਉੱਤੇ ਕੋਈ ਮੁਸੀਬਤ ਨਹੀਂ ਆਈ, ਨਾ ਬਾਦਲ ਪਰਿਵਾਰ ਤੇ, ਨਾ ਟੌੜਾ ਪਰਿਵਾਰ ਤੇ, ਨਾ ਤਲਵੰਡੀ ਪਰਿਵਾਰ ਤੇ, ਕਿਸੇ ਤੇ ਕੋਈ ਮੁਸੀਬਤ ਨਹੀਂ ਆਈ। ਵੱਡਾ ਲੀਡਰ ਕੋਈ ਨਹੀਂ ਮਰਿਆ। ਤਾਂ ਇਸ ਤਰ੍ਹਾਂ ਹੌਲੀ ਹੌਲੀ ਕਰਦਿਆਂ ਕਰਾਂਦਿਆਂ ਪੰਜਾਬ ਵਿੱਚ ਜਵਾਨੀ ਦਾ ਘਾਣ ਕਰਕੇ ਤਾਂ ਬਾਦਲ ਨੇ 1996 ਦੇ ਵਿੱਚ ਲਗਭਗ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਬਣ ਲਈ ਤੇ ਇਹਨਾਂ ਦੀ ਇਹ ਵੱਡੀ ਪ੍ਰਾਪਤੀ ਸੀ। ਇਹ ਆਪ ਗਰਮਾ ਗਰਮ ਨਾਅਰੇ ਲਾਉਂਦੇ ਨੇ ਤੇ ਇਹਨਾਂ ਚੀਜ਼ਾਂ ਨੂੰ ਉਭਾਰਦੇ ਨੇ ਤੇ ਮਗਰੋਂ ਉਹਦਾ ਫਿਰ ਫਾਇਦਾ ਉਠਾਉਂਦੇ ਨੇ। ਨੌਜਵਾਨਾਂ ਨੂੰ ਇਹਨਾਂ ਗਰਮਾ ਗਰਮ ਨਾਅਰਿਆਂ ਤੋਂ ਬਚ ਕੇ ਰਹਿਣਾ ਚਾਹੀਦਾ। ਪਹਿਲਾਂ ਵੀ ਇਹੋ ਜੀ ਹਵਾ ਚੱਲੀ ਸੀ, ਉਦੋਂ ਵੀ ਬਹੁਤ ਨੁਕਸਾਨ ਕਰਵਾ ਲਿਆ। ਅੱਜ ਤੱਕ ਕਹਿ ਰਹੇ ਹੋ ਕਿ ਸਾਡੇ ਨੌਜਵਾਨਾਂ ਨੂੰ ਜੇਲ੍ਹਾਂ 'ਚ ਛੱਡੋ, 20-20, 25-25 ਸਾਲ ਹੋ ਗਏ ਜੇਲ੍ਹ 'ਚ ਬੈਠਿਆਂ ਨੂੰ, ਤੇ ਅੱਜ ਵੀ ਕਹਿੰਦੇ ਹੋ ਦਿੱਲੀ ਦੇ ਦੰਗਿਆਂ ਵਾਲਿਆਂ ਨੂੰ, ਦੋਸ਼ੀਆਂ ਨੂੰ ਸਜ਼ਾਵਾਂ ਦਿਓ, ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਮਗਰੋਂ ਫਿਰ ਵੀ ਤੁਸੀਂ ਇਹੋ ਹੀ ਆਖੋਗੇ ਕਿ ਕਸੂਰਵਾਰਾਂ ਨੂੰ ਸਜ਼ਾ ਦਿਓ ਤੇ ਉਹਨਾਂ ਨੂੰ ਜੇਲ੍ਹਾਂ 'ਚ ਭੇਜੋ ਤੇ ਸਾਡਿਆਂ ਨੂੰ ਜੇਲ੍ਹਾਂ 'ਚ ਰਿਹਾ ਕਰੋ। ਇਹਨਾਂ ਗੱਲਾਂ ਨੂੰ ਤਿਆਗ ਕੇ ਤੁਸੀਂ ਲੋਕਤੰਤਰੀ ਢੰਗ ਦੇ ਨਾਲ ਭਾਈ ਜਿਹੜਾ ਕੰਮ ਕਰਨਾ ਹੈ ਕਰੋ। ਹਥਿਆਰਾਂ ਦੀ ਗੱਲ, ਮਾਰ ਕਾਟ ਦੀ ਗੱਲ ਹੈ ਜਿਹੜੀ ਨਾ ਕਰੋ। ਨੌਜਵਾਨਾਂ ਨੂੰ ਬੇਨਤੀ ਹੈ, ਇਹਨਾਂ ਗਰਮਾ ਗਰਮ ਭਾਸ਼ਣਾਂ ਦੇ ਵਿੱਚ ਕਿਤੇ ਤੁਸੀਂ ਆਪਣੀ ਜ਼ਿੰਦਗੀ ਬਰਬਾਦ ਨਾ ਕਰ ਲਿਓ। ਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੀ ਜਿਹੜੀ ਗੱਲ ਹੋ ਰਹੀ ਹੈ ਬਾਰ-ਬਾਰ, ਔਰ ਇਹ ਦੋਨੇ ਨੌਜਵਾਨ ਜ਼ਿਆਦਾ ਕਰਕੇ ਇਹ ਗੱਲ ਕਰ ਰਹੇ ਵੀ ਸੋਧਾ ਲਾ ਦੇਣਾ ਚਾਹੀਦਾ ਜੀ, ਮੌਕੇ ਤੇ ਸੋਧਾ ਲਾ ਦੇਣਾ ਚਾਹੀਦਾ ਜਿਹੜਾ ਕੋਈ ਏਦਾਂ ਦੀ ਬੇਹੁਰਮਤੀ ਕਰਦਾ। ਤੇ ਤੁਹਾਨੂੰ ਕੀ ਲੱਗਦਾ ਫਿਰ ਕਿ ਜਿਹੜੀ ਇਹ ਰਣਨੀਤੀ ਹੈ ਇਹ ਕਿਸ ਤਰੀਕੇ ਨਾਲ ਅਡਾਪਟ ਕੀਤੀ ਜਾ ਸਕਦੀ ਹੈ? ਬੇਅਦਬੀ ਦਾ ਮੁੱਦਾ ਕਿੰਨੀ ਕੁ ਗੰਭੀਰਤਾ ਮੰਗਦਾ ਜਾਂ ਇਹ ਕਿਹੋ ਜਿਹੇ ਹੱਲ ਦੀ ਮੰਗ ਕਰਦਾ? ਇੱਥੇ ਜੀ ਇਹਨਾਂ ਕੋਲੇ, ਜਿਹਦੇ ਕੋਲੇ ਆਪਣੇ ਕੋਲੇ ਕੁਝ ਨਹੀਂ ਹੁੰਦਾ, ਉਹ ਵਿੱਚ ਗੁਰੂ ਸਾਹਿਬ ਨੂੰ ਲੈ ਆਉਂਦਾ ਕਿ ਇਹ ਤਾਂ ਜੀ ਬੇਅਦਬੀ ਗੁਰੂ ਦੀ ਹੋਈ ਹੈ। ਤੇ ਜਿਹੜੇ ਆਪ ਗੁਰਬਾਣੀ ਦੇ ਅਨੁਸਾਰ ਜ਼ਿੰਦਗੀ ਨਹੀਂ ਜਿਉਂਦੇ ਤੇ ਉਹ ਕਦੀ ਆਪਣੇ ਅੰਦਰ ਝਾਤੀ ਨਹੀਂ ਮਾਰਦੇ ਕਿ ਅਸੀਂ ਗੁਰੂ ਦੇ ਹੁਕਮਾਂ ਦੀ ਉਲੰਘਣਾ ਕਰਕੇ ਗਲਤ ਕੰਮ ਕਰ ਰਹੇ ਹਾਂ ਤੇ ਸਜ਼ਾ ਦੇ ਭਾਗੀਦਾਰ ਤਾਂ ਅਸੀਂ ਆਪ ਹਾਂ। ਕਦੀ ਧਿਆਨ ਮਾਰ ਕੇ ਦੇਖੋ, ਇੱਥੇ ਗੋਲਕਾਂ ਲੁੱਟੀਆਂ ਜਾ ਰਹੀਆਂ ਨੇ, ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਹੋ ਰਹੇ ਨੇ। ਸ਼੍ਰੋਮਣੀ ਕਮੇਟੀ ਜਿਹੜੇ ਜ਼ਮੀਨਾਂ ਦੇ ਮਾਮਲੇ 'ਚ, ਇਹਨਾਂ ਕੋਲੇ 40,000 ਏਕੜ ਜ਼ਮੀਨ ਹੈ ਸ਼੍ਰੋਮਣੀ ਕਮੇਟੀ ਕੋਲੇ। ਉਹ ਕਿਹਦੇ ਕੋਲੇ ਆ, ਉਹਦੇ ਕੋਲੋਂ ਕਿੰਨੀ ਆਮਦਨ ਹੈ, ਉਹਦਾ ਕੋਈ ਹਿਸਾਬ ਕਿਤਾਬ ਪਬਲਿਕ ਤੌਰ ਤੇ ਨਹੀਂ ਦੱਸਿਆ ਜਾਂਦਾ। ਗੋਲਕ ਦੀ ਵਰਤੋਂ ਕਿੰਨੀ ਹੁੰਦੀ ਹੈ, ਆਮ ਤੌਰ ਤੇ ਨਜਾਇਜ਼ ਹੋ ਰਹੀ ਹੈ। ਸਰਦਾਰ ਹਰਚਰਨ ਸਿੰਘ ਜਿਹੜਾ ਸੈਕਟਰੀ ਸੀ ਸ਼੍ਰੋਮਣੀ ਕਮੇਟੀ ਦਾ, 2 ਸਾਲ ਪਹਿਲਾਂ ਚੜ੍ਹਾਈ ਕਰ ਗਿਆ ਤੇ ਉਹਨੇ ਆਪਣੀ ਕਿਤਾਬ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਕਿ ਕਿਵੇਂ ਗੋਲਕ ਦਾ ਪੈਸਾ ਨਜਾਇਜ਼ ਵਰਤੋਂ ਹੋ ਰਹੀ ਹੈ। ਤੇ ਇੱਕ ਸੈਮੀਨਾਰ ਦੇ ਵਿੱਚ ਇੱਕ ਵਿਦਵਾਨ ਨੇ ਜਿਹੜੀ ਭਾਈ ਵੀਰ ਸਿੰਘ ਦੀ ਯਾਦ ਦੇ ਵਿੱਚ ਸੈਮੀਨਾਰ ਕੀਤਾ ਸੀ, ਉਹਦੇ ਵਿੱਚ ਇੱਕ ਵਿਦਵਾਨ ਵੀਰ ਨੇ ਇੱਥੋਂ ਤੱਕ ਆਖਿਆ ਕਿ 7-8 ਲੱਖ ਰੁਪਏ ਦੇ ਰੋਜ਼ਾਨਾ ਰਮਾਲੇ ਇੱਥੇ ਦਰਬਾਰ ਸਾਹਿਬ 'ਚ ਆ ਜਾਂਦੇ ਨੇ। ਜੇ ਇੰਨਾ ਰੁਪਈਆ ਲੋਕ ਭਲਾਈ ਵਾਸਤੇ ਲਾਇਆ ਜਾਵੇ, ਕੱਲੇ ਰਮਾਲਿਆਂ ਦੇ ਪੈਸੇ ਨਾਲੇ ਹੀ ਸਕੂਲ ਅਤੇ ਕਾਲਜ ਖੋਲੇ ਜਾ ਸਕਦੇ ਨੇ। ਪਰ ਉਹ ਪੈਸੇ ਰਮਾਲੇ ਵੀ ਦੁਕਾਨਾਂ ਤੇ ਵਾਪਸ ਚਲੇ ਜਾਂਦੇ ਨੇ, ਫਿਰ ਆ ਜਾਂਦੇ ਨੇ, ਉਹਨਾਂ ਚੋਂ ਵੀ ਪੈਸੇ ਖਾਧੇ ਜਾ ਰਹੇ ਨੇ। ਤੋ ਇਸ ਤਰ੍ਹਾਂ ਆ ਬੇਅਦਬੀ ਦੀਆਂ ਗੱਲਾਂ, ਜਦੋਂ ਕੋਈ ਲੜਾਈ ਮੇਰੀ ਕਿਸੇ ਨਾਲ ਹੁੰਦੀ ਹੈ, ਫਰਜ਼ ਕਰੋ ਗਲਤੀ ਮੇਰੀ ਹੈ ਚਾਹੇ ਦੂਜੇ ਦੀ ਹੈ, ਤਾਂ ਆਮ ਤੌਰ ਤੇ ਕਿਹਾ ਜਾਂਦਾ ਹੈ ਮੇਰੀ ਪੱਗ ਨੂੰ ਹੱਥ ਪਾ ਲਿਆ, ਮੇਰੀ ਪੱਗ ਲਾ ਦਿੱਤੀ, ਮੇਰੀ ਦਾੜੀ ਨੂੰ ਹੱਥ ਪਾ ਲਿਆ, ਮੇਰੀ ਕਿਰਪਾਨ ਦੀ ਬੇਅਦਬੀ ਕਰ ਦਿੱਤੀ। ਇਹ ਧਰਮ ਨੂੰ ਵਿਚਾਲੇ ਲਿਆ ਕੇ ਗੁੰਡੇ ਲੋਕ ਇਹੋ ਜਿਹੇ ਬਿਆਨ ਦਿੰਦੇ ਨੇ। ਉਹ ਭਾਈ ਜਦੋਂ ਲੜਾਈ ਝਗੜਾ ਹੁੰਦਾ ਉਦੋਂ ਪੱਗ ਜਾਂ ਟੋਪੀ ਕੋਈ ਵੀ ਹੋਵੇ ਉਹ ਤਾਂ ਲੈਣੀ ਹੈ, ਕੱਪੜੇ ਤਾਂ ਫਟਣੇ ਹੀ ਫਟਣੇ ਨੇ, ਉਹ ਤਾਂ ਫੱਟ ਫੇਟ ਤਾਂ ਲੱਗਣੀ ਹੈ। ਇਹਨੂੰ ਧਰਮ ਨੂੰ ਵਿੱਚ ਕਿਉਂ ਖਿੱਚ ਕੇ ਲੈ ਆਉਂਦੇ ਹੋ? ਇਹ ਜਾਣ ਕੇ ਲੋਕਾਂ ਨੂੰ ਭੜਕਾਉਣ ਵਾਸਤੇ ਧਰਮ ਨੂੰ ਵਿੱਚ ਲੈ ਆਉਂਦੇ ਨੇ। ਹੁਣ ਇਸੇ ਤਰ੍ਹਾਂ ਹੀ ਕਹਿ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਨੇ। ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਪੈਸੇ ਕਮਾ ਕੇ ਪ੍ਰਧਾਨ, ਸੈਕਟਰੀ ਅਤੇ ਹੋਰ ਲੋਕ ਹੜੱਪ ਕਰ ਰਹੇ ਨੇ, ਬੇਅਦਬੀ ਤਾਂ ਉਹ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਕਮਾਈ ਦਾ ਸਾਧਨ ਬਣਾਇਆ ਹੋਇਆ। ਮੈਂ ਤਾਂ ਆਪ ਵੇਖਿਆ ਕਿ 2008 ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦਾ 300 ਸਾਲਾ ਗੁਰਗੱਦੀ ਦਿਵਸ ਮਨਾਇਆ ਗਿਆ ਸੀ, ਉਦੋਂ ਪਟਨਾ ਸਾਹਿਬ ਤੋਂ ਲੈ ਕੇ ਸਾਰੇ ਭਾਰਤ ਦੇ ਵਿੱਚ
ਗੁਰੂ ਗ੍ਰੰਥ ਸਾਹਿਬ ਨੂੰ ਗੱਡੀ 'ਚ ਰੱਖ ਕੇ ਘੁਮਾਇਆ ਗਿਆ, ਫਰਾਇਆ ਗਿਆ, ਲੋਕਾਂ ਤੋਂ ਮੱਥੇ ਟਿਕਵਾਏ ਗਏ, ਜਾਣੀ ਕਿ ਘਰ ਘਰ ਲਿਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੰਗਤਾ ਬਣਾ ਕੇ ਇਹਨਾਂ ਲੋਕਾਂ ਨੇ ਪੇਸ਼ ਕੀਤਾ ਕਿ ਗੁਰੂ ਸਾਹਿਬ ਤੁਹਾਡੇ ਘਰੇ ਆਪ ਚੱਲ ਕੇ ਆਏ ਨੇ, ਹੁਣ ਤਾਂ ਮੱਥਾ ਟੇਕ ਦੋ, ਕੋਈ ਹੁਣ ਤਾਂ ਪੈਸੇ ਦੇ ਦੋ। ਮੈਂ ਆਪਣੀਆਂ ਅੱਖਾਂ ਨਾਲ ਵੇਖੇ ਨੇ। ਤੇ ਕੇਵਲ ਇੱਕ ਤਾਂ ਨਾਗਪੁਰ ਸ਼ਹਿਰ ਸਾਡੇ ਉੱਥੇ ਮਿਸ਼ਨਰੀ ਨੌਜਵਾਨ ਸੀ, ਇੱਕ ਬਠਿੰਡਾ ਸ਼ਹਿਰ ਪੰਜਾਬ ਦੇ ਵਿੱਚ, ਇੱਥੇ ਮਿਸ਼ਨਰੀਆਂ ਦੀ ਟੀਮ ਬਹੁਤ ਵੱਡੀ ਸੀ। ਇਹਨਾਂ ਦੋ ਸ਼ਹਿਰਾਂ ਦੇ ਵਿੱਚ ਉਸ ਨੂੰ ਸਵਾਲ ਕੀਤੇ ਗਏ ਪ੍ਰਬੰਧਕਾਂ ਨੂੰ ਕਿ ਦੱਸੋ ਤੁਸੀਂ ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇੱਥੇ ਗੱਡੀ 'ਚ ਕਿਉਂ ਰੱਖਿਆ ਹੋਇਆ ਹੈ, ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਗਤਾ ਕਿਉਂ ਬਣਾਇਆ ਹੋਇਆ ਹੈ? ਤਾਂ ਇਹਨਾਂ ਕੋਲੇ ਕੋਈ ਜਵਾਬ ਨਹੀਂ ਸੀ। ਦੋਵੇਂ ਸ਼ਹਿਰਾਂ ਦੇ ਵਿੱਚ ਜਵਾਬ ਦੇਣ ਤੋਂ ਭਗੌੜੇ ਹੋ ਗਏ। ਫਿਰ ਇਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ, ਬਾਹਰ ਦੀ ਬਾਹਰ ਕੱਢ ਦਿੱਤਾ ਗਿਆ। ਇਹ ਜਿਹੜੀਆਂ ਬੇਅਦਬੀਆਂ ਪੈਸੇ ਕਮਾਉਣ ਦੇ ਢੰਗਾਂ ਨਾਲ ਹੋ ਰਹੀਆਂ ਨੇ, ਇਹਨਾਂ ਵੱਲ ਕੋਈ ਧਿਆਨ ਨਹੀਂ ਆਉਂਦਾ। ਆਪਣੀ ਗੱਲ ਨੂੰ ਉਭਾਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਨੂੰ ਵਿਚਾਲੇ ਲਿਆਂਦੇ ਨੇ, ਜਾਂ ਪੱਗ ਨੂੰ, ਜਾਂ ਦਾੜੀ ਨੂੰ, ਜਾਂ ਕੇਸਾਂ ਨੂੰ, ਜਾਂ ਦਸਤਾਰ ਨੂੰ, ਜਾਂ ਫਿਰ ਕਿਰਪਾਨ ਨੂੰ, ਧਰਮ ਦੇ ਚਿੰਨ੍ਹ ਨੂੰ ਅੱਗੇ ਲਿਆ ਕੇ ਫਿਰ ਆਪਣੇ ਆਪ ਦੀ ਬੱਲੇ ਬੱਲੇ ਕਰਾਣੀ ਚਾਹੁੰਦੇ ਨੇ। ਇਹਨਾਂ ਨੂੰ ਲੜਾਈ ਆਪ ਲੜਨੀ ਚਾਹੁੰਦੀ ਹੈ, ਧਰਮ ਦੀ ਲੜਾਈ ਇਹਨਾਂ ਨੂੰ ਨਹੀਂ ਬਣਾਉਣੀ ਚਾਹੀਦੀ। ਅੱਛਾ, ਜਿਹੜਾ ਆ ਮੁੰਡਾ ਈਸਾਈਆਂ ਤੋਂ ਕਹਿ ਰਿਹਾ ਜੀ ਮੈਂ ਹੁਣ ਸਿੰਘ ਸੱਜ ਗਿਆ, ਇਹਦਾ ਕੀ ਨਾਮ, ਮੈਨੂੰ ਬਾਰ-ਬਾਰ ਨਾਮ ਭੁੱਲ ਜਾਂਦਾ ਕਿਉਂਕਿ ਸਰਦਾਰਾਂ ਵਾਲੇ ਦਾ ਨਾਂ ਹੈ ਨਹੀਂ, ਉਹ ਸਾਨੂੰ ਸੌਖੇ ਚੀਤੇ ਰਹਿੰਦੇ ਆ। ਤੇ ਇੱਕ ਇਹ ਹਾਂਜੀ ਵਿੱਕੀ ਥਾਮਸ, ਵਿੱਕੀ ਥਾਮਸ, ਇਹ ਵਿੱਕੀ ਥਾਮਸ ਕੀ ਹੈ? ਵਿੱਕੀ ਸਿੰਘ ਥਾਮਸ ਜਾਂ ਬਣ ਗਿਆ ਆਪਣੇ ਆਪ 'ਚ। ਇਹਦੇ ਪਿੱਛੇ ਕੀ ਰਣਨੀਤੀ ਲੱਗਦੀ ਹੈ? ਇਹਦੇ ਇਸ ਤਰ੍ਹਾਂ ਦੇ ਉਭਾਰ ਦਾ ਕੀ ਕਾਰਨ ਆ? ਇਸ ਤਰ੍ਹਾਂ ਕਿੱਥੋਂ ਇਹਨਾਂ ਕੋਲ ਸਿਸਟਮ ਆਉਂਦਾ, ਜਾਂ ਕਿਉਂ ਇਹ ਲੋਕੀ ਜਿਹੜੇ ਜਾਂਦੇ ਇਹਨਾਂ ਦੇ ਪਿੱਛੇ ਲੋਕੀ ਲੱਗ ਕਿਵੇਂ ਜਾਂਦੇ ਆ, ਤੇ ਕਿਵੇਂ ਵੀਡੀਓ ਤਿਆਰ ਕਰਕੇ ਪਾਉਣੇ ਸ਼ੁਰੂ ਕਰ ਦਿੰਦੇ? ਕਿਵੇਂ ਦੇਖਦੇ ਰਣਨੀਤੀ ਨੂੰ ਇਹਦੀ ਨੂੰ? ਇਹ ਤਾਂ ਜੀ ਇੱਕ ਤਰ੍ਹਾਂ ਦਾ ਮੇਲੇ ਦੀ ਨਹੀਂ ਹੈ। ਜਿਵੇਂ ਆਪਣੇ ਫਤਿਹਗੜ੍ਹ ਸਾਹਿਬ ਨੂੰ ਜਿਹੜੇ ਲੋਕ ਜਾਂਦੇ ਨੇ, ਇਹਨੇ ਰਸਤੇ 'ਚ ਲੰਗਰ ਥਾਂ ਤੇ ਲੱਗੇ ਨੇ, ਲੰਗਰ ਖਾਂਦੇ ਗਏ ਤੇ ਮੌਜ ਮੇਲਾ ਮਸਤੀ ਕਰਦੇ ਗਏ, ਉੱਥੇ ਮੱਥਾ ਟੇਕ ਰਹੇ। ਸਾਡੇ ਕੋਲੇ ਜਿਹੜਾ ਘੁੰਮਣ ਫਿਰਨ ਦਾ, ਮੌਜ ਮੇਲਾ ਕਰਨ ਦਾ ਹੋਰ ਕੋਈ ਪੁਆਇੰਟ ਨਹੀਂ ਹੁੰਦੇ ਆਮ ਲੋਕਾਂ ਕੋਲੇ। ਫਿਰ ਧਰਮ ਸਥਾਨਾਂ ਦੀ ਯਾਤਰਾ ਹੀ ਮਨੋਰੰਜਨ ਦਾ ਸਾਧਨ ਹੁੰਦਾ ਹੈ। ਉੱਥੇ ਗਏ ਲੋਕ ਜਿਹੜੇ ਚਾਹੇ ਅੰਮ੍ਰਿਤਸਰ ਜਾਂਦੇ ਨੇ, ਚਾਹੇ ਫਤਿਹਗੜ੍ਹ ਸਾਹਿਬ ਤੇ ਚਾਹੇ ਅਨੰਦਪੁਰ ਸਾਹਿਬ ਦੇ ਮੇਲਿਆਂ ਤੇ ਜਾਂਦੇ ਨੇ, ਉਹਨਾਂ ਨੂੰ ਜੇ ਕਿਤੇ ਗੁਰਮਤਿ ਦਾ ਜਾਂ ਕੋਈ ਗੁਰਬਾਣੀ ਦੀ ਪੰਕਤੀ ਦਾ ਕੋਈ ਸਵਾਲ ਕਰ ਦਿੱਤਾ ਜਾਵੇ, ਉਹਨਾਂ ਨੂੰ ਕੁਝ ਵੀ ਨਹੀਂ ਆਉਂਦਾ। ਉਹਨਾਂ ਨੂੰ ਤਾਂ 10 ਗੁਰੂਆਂ ਦੇ ਬਹੁਤੇ ਲੋਕਾਂ ਨੂੰ ਨਾਂ ਨਹੀਂ ਆਉਂਦੇ, 5 ਪਿਆਰਿਆਂ ਦੇ ਨਾਮ ਨਹੀਂ ਆਉਂਦੇ। ਤੇ ਅੱਜ ਕੱਲ ਤਾਂ ਵੀਡੀਓ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਮਸਲੇ ਲਿਆਂਦੇ ਨੇ ਮੁੰਡਿਆਂ ਨੇ, ਤਾਂ ਫਿਰ ਉਹਨਾਂ ਵਾਸਤੇ ਤਾਂ ਇਹ ਮੇਲਾ ਬਣਿਆ ਹੋਇਆ ਜਿਵੇਂ ਬਾਕੀ ਥਾਵਾਂ ਨੇ। ਤੇ ਅੰਮ੍ਰਿਤਪਾਲ ਸਿੰਘ ਦੇ ਪਿੱਛੇ ਜਾਣਾ ਜਾਂ ਵਿੱਕੀ ਥਾਮਸ ਦੇ ਕੋਲੇ ਇਕੱਠ ਕਰ ਲੈਣਾ, ਇਹ ਤਾਂ 4 ਦਿਨਾਂ ਦਾ ਮੌਜ ਮੇਲਾ ਹੈ। ਘੁੰਮ ਕੇ ਫਿਰ ਕੇ ਖਾਣਾ ਖੂਣਾ ਖਾ ਕੇ ਲੰਗਰ ਛਕ ਕੇ ਨਾਅਰੇ ਲਾ ਕੇ ਘਰਾਂ ਨੂੰ ਫੇਰ ਆ ਗਏ। ਅੱਜ ਤੱਕ ਲੰਮੀ ਪਲਾਨਿੰਗ ਲੋਕਾਂ ਕੋਲੇ ਇਹ ਕੋਈ ਪੇਸ਼ ਨਹੀਂ ਕਰ ਸਕੇ। ਇਹ ਗੁਰਬਾਣੀ ਦੀ ਪੰਕਤੀ ਵੀ ਵਿੱਕੀ ਥਾਮਸ ਕੋਈ ਚੱਜ ਦੀ ਪੜ੍ਹ ਕੇ ਨਹੀਂ ਸੁਣਾ ਸਕਿਆ, ਸਿਧਾਂਤਕ ਸ਼ਬਦਾਂ ਨੂੰ ਸਾਹਮਣੇ ਨਹੀਂ ਲਿਆ ਸਕਿਆ, ਕੋਈ ਵੱਡੀ ਇਤਿਹਾਸਕ ਘਟਨਾ ਸਾਹਮਣੇ ਨਹੀਂ ਲਿਆ ਸਕਿਆ। ਅੱਜ ਅੱਗੋਂ ਹਥਿਆਰਾਂ ਤੋਂ ਬਿਨਾਂ ਜਿਹੜੀ ਗੱਲ ਮੈਂ ਕਰ ਰਿਹਾ ਸ਼ਾਂਤਮਈ ਵਾਲੀ, ਲੋਕਤੰਤਰੀ ਵਾਲੀ, ਤਾਂ ਇਹ ਲੋਕਾਂ ਨੂੰ ਕੋਈ ਇਹੋ ਜੀ ਜਿਹੜੀ ਪਲਾਨਿੰਗ ਬਣਾ ਕੇ ਨਹੀਂ ਦੇ ਸਕਿਆ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਵਿੱਚ ਤੁਹਾਡਾ ਲੋਕਤੰਤਰੀ ਢੰਗ ਨਾਲ ਰਾਜ ਹੋਵੇਗਾ, ਜਾਂ ਭਾਰਤ ਦੇ ਵਿੱਚ ਤੁਹਾਡੇ ਮੁੰਡੇ ਪੜ੍ਹ ਲਿਖ ਕੇ ਵੱਡੇ ਵੱਡੇ ਅਹੁਦਿਆਂ ਤੇ ਲੱਗਣਗੇ, ਜਾਂ ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਮੈਂ ਵਿਦੇਸ਼ ਭੇਜਣ ਦੇ ਵਿੱਚ ਸਹਾਇਤਾ ਕਰਾਂਗਾ, ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਨੇ ਮੈਂ ਉਹਨਾਂ ਦੀ ਸੇਵਾ ਕਰਾਂਗਾ, ਜਿਹੜੇ ਪੜ੍ਹਾਈ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਮੈਂ ਪੜ੍ਹਾਵਾਂਗਾ। ਇਹੋ ਜੀ ਕੋਈ ਪਲਾਨ ਇਹਨਾਂ ਕੋਲੇ ਨਹੀਂ ਹੈ, ਕੇਵਲ ਨਾਅਰੇਬਾਜ਼ੀ ਹੈ। ਤੇ ਗਰਮਾ ਗਰਮ ਨਾਅਰੇ ਸੁਣ ਕੇ ਗਰਮ ਖੂਨ ਨੌਜਵਾਨ ਉਹ ਮਗਰ ਲੱਗ ਤੁਰਦੇ ਨੇ। ਤੇ ਭਾਈ ਅਮਰਤਪਾਲ ਸਿੰਘ ਹੋਣੀ ਵੀ ਪਹਿਲੇ ਤਾਂ ਲੱਗਦਾ ਸੀ ਕਿ ਇਹਨਾਂ ਨੂੰ ਬੜੀ ਚਿੰਤਾ ਇਸ ਗੱਲ ਦੀ, ਕਨਵਰਸ਼ਨ ਦੀ, ਕਿ ਕਨਵਰਸ਼ਨ ਬਹੁਤ ਹੋ ਰਹੀ ਹੈ ਜੀ, ਪੱਗਾਂ ਬੰਨ੍ਹ ਕੇ ਪਾਦਰੀ ਜਿਹੜੇ ਆ ਉਹ ਤੁਰੇ ਫਿਰਦੇ ਆ। ਤੇ ਉਹ ਇੱਕ ਵਾਰੀ ਰੌਲਾ ਪਿਆ ਤੇ ਉਸ ਤੋਂ ਬਾਅਦ ਹੁਣ ਉਧਰਲੇ ਪਾਸੇ ਨੂੰ ਗੱਲ ਘੱਟ ਨਜ਼ਰ ਆ ਰਹੀ ਹੈ। ਫਿਰ ਤਾਂ ਕੁਰਸੀਆਂ ਭਾਲਣ ਤੱਕ ਵਾਲਾ ਮਸਲਾ ਆ ਗਿਆ, ਮਰਜ਼ਾਦਾ ਦੇ ਨਾਂ ਤੇ ਇੱਧਰ ਨੂੰ ਆ ਗਏ, ਯਾਤਰਾ ਇੱਕ ਕੱਢ ਲਈ, ਠੀਕ ਹੈ, ਆਖਿਆ ਜੀ ਅਸੀਂ ਵਹੀਰ ਕੱਢ ਰਹੇ ਹਾਂ, ਖਾਲਸਾ ਵੀਰ ਅੰਮ੍ਰਿਤ ਛਕਾਵਾਂਗੇ। ਤੇ ਹੁਣ ਇਸ ਵਕਤ ਜਿਹੜੇ ਅਮਰਤਪਾਲ ਸਿੰਘ ਉਹਨਾਂ ਦੀ ਕੀ, ਉਹਨਾਂ ਦੀ ਖਬਰਸਾਰ ਆ, ਉਹ ਕੀ ਕਰ ਰਹੇ ਆ ਔਰ ਕਿਵੇਂ ਦੇਖਦੇ ਉਹਨਾਂ ਦੀ ਜਿਹੜੀ ਆ ਯੋਜਨਾਬੰਦੀ ਨੂੰ? ਕੁਛ ਤਾਂ ਜੀ ਉਹਨਾਂ ਦੀ ਜਿੰਨੇ ਕੁ ਭਾਸ਼ਣ ਜੇ ਦਿੱਤੇ ਸੀ ਫੂਕ ਜੀ ਨਿਕਲ ਚੁੱਕੀ ਹੋਈ ਹੈ, ਕਿਉਂਕਿ ਆਊਟਪੁੱਟ ਤਾਂ ਹੈ ਕੋਈ ਨਹੀਂ। ਗਰਮਾ ਗਰਮ ਭਾਸ਼ਣ ਨੇ, ਉਹ ਤਾਂ ਅਜੇ ਵੀ ਕਿਸੇ ਕਾਰਨ ਕਰਕੇ ਸਰਕਾਰ ਨੇ ਨਰਵਾਈ ਵਰਤੀ ਹੈ, ਨਹੀਂ ਤਾਂ ਇਹਦੇ ਬਿਆਨਾਂ ਦੇ ਕਾਰਨ ਹੁਣ ਤੱਕ ਇਹਨੇ ਜੇਲ੍ਹ 'ਚ ਹੋਣਾ ਸੀ।
ਜਿਵੇਂ ਹੋਰ ਕਈ ਬੰਦੇ ਜਿਹੜੇ ਗਰਮਾ ਗਰਮ ਇੱਥੇ ਪਟਿਆਲੇ 'ਚ ਵੀ ਘਟਨਾ ਵਾਪਰੀ ਸੀ, ਉਹ ਦੇਵੀ ਮਾਈ ਦੇ ਮੰਦਿਰ ਦੇ ਮੂਹਰੇ ਕੁਝ ਇਹੋ ਜਿਹਾ ਹੋਇਆ ਸੀ, ਇੱਥੇ ਕਾਲੀ ਦੇਵੀ ਦੇ ਮੰਦਿਰ ਮੂਹਰੇ ਉਹ ਜਿਹੜੇ ਮੁੰਡੇ ਚੁੱਕ ਕੇ ਸਰਕਾਰ ਨੇ ਅੰਦਰ ਕਰਤੇ ਸੀ ਤੇ ਮੁੜ ਕੇ ਉਹਨਾਂ ਦੀ ਬੋਲਤੀ ਬੰਦ ਹੋ ਗਈ, ਉਹਨਾਂ ਦਾ ਕੋਈ ਬਿਆਨ ਤੱਕ ਨਹੀਂ ਆਇਆ ਹੈ। ਇਸੇ ਤਰ੍ਹਾਂ ਜੇ ਇਹਨੂੰ ਕੁਝ ਸਮਾਂ ਜੇਲ੍ਹਾਂ 'ਚ ਕੱਟਣਾ ਪਿਆ ਜਾਂ ਪੁਲਿਸ ਦੀ ਜ਼ਿਆਦਤੀ ਤਸ਼ੱਦਦ ਝੱਲਣਾ ਪਿਆ ਤੇ ਮੁੜ ਕੇ ਪੂਰੀ ਤਰ੍ਹਾਂ ਜ਼ਬਾਨ ਬੰਦ ਹੋ ਜੂਗੀ। ਇਹ ਇਸੇ ਤਰ੍ਹਾਂ ਕੁਝ ਦਿਨਾਂ ਦੀ ਇਹਨਾਂ ਦੇ ਅੰਦਰ ਫੂਕ ਆਈ ਹੁੰਦੀ ਆ ਕਿ ਮੈਂ ਪਤਾ ਨਹੀਂ ਕੀ ਕਰ ਦਿਆਂਗਾ। ਉਹ ਭਲੇ ਲੋਕੋ, ਕਦੀ ਸੋਚ ਕੇ ਦੇਖੋ, ਗੁਰੂ ਸਾਹਿਬਾਨ, ਭਗਤ ਸਾਹਿਬਾਨ, ਏਡੇ ਏਡੇ ਉੱਚੇ ਦਿਮਾਗਾਂ ਵਾਲੇ, ਏਡੀਆਂ ਉੱਚੀਆਂ ਸ਼ਖਸੀਅਤਾਂ, ਉਹਨਾਂ ਨੇ ਵੀ ਇਹੋ ਜੀ ਤੇਜ਼ੀ ਨਹੀਂ ਵਿਖਾਈ। ਜੇ ਦੁਸ਼ਮਣ ਚੜ ਕੇ ਆ ਗਿਆ ਆਪਣੀ ਸਵਾ ਰੱਖਿਆ ਵਾਸਤੇ ਤਾਂ ਉਹਨਾਂ ਜ਼ਮਾਨਿਆਂ 'ਚ ਕੰਮ ਕੀਤਾ। ਅੱਜ ਸਾਡੇ ਉੱਤੇ ਕੋਈ ਦੁਸ਼ਮਣ ਹਥਿਆਰਬੰਦ ਹੋ ਕੇ ਚੜ ਕੇ ਨਹੀਂ ਆ ਰਿਹਾ। ਜੇ ਕੋਈ ਆਵੇਗਾ ਤਾਂ ਭਾਰਤ ਸਰਕਾਰ ਕੋਲੇ ਬਹੁਤ ਸਾਰੇ ਸਾਧਨ ਨੇ, ਫੌਜ ਹੈ, ਉਹ ਸਾਡੀ ਰਾਖੀ ਕਰਦੇ ਆ ਰਹੇ ਨੇ 1947 ਤੋਂ ਲੈ ਕੇ। ਤੇ ਉਦੋਂ ਪਹਿਲਾਂ ਜਿਹੜੇ ਹਾਲਾਤ ਸੀ ਉਹ ਹੋਰ ਤਰ੍ਹਾਂ ਦੇ ਸੀ। ਹੁਣ ਆਪਾਂ ਵਿਗਿਆਨਿਕ ਢੰਗ ਨਾਲ ਲੋਕਤੰਤਰੀ ਢੰਗ ਦੇ ਨਾਲ ਜ਼ਿੰਦਗੀ ਬਤੀਤ ਕਰੀਏ, ਪੜ੍ਹੀਏ ਲਿਖੀਏ ਤੇ ਇਹਨਾਂ ਜਿਹੜੀਆਂ ਹਵਾ 'ਚ ਤਲਵਾਰਾਂ ਮਾਰਨੀਆਂ ਨੇ ਇਹਨਾਂ ਚੱਕਰਾਂ ਤੋਂ ਬਚੀਏ। ਤੇ ਇਹਦਾ ਵੀ ਬਹੁਤਾ ਚਿਰ ਨਹੀਂ ਚੱਲਣਾ। ਅਮਰਤਪਾਲ ਸਿੰਘ ਦਾ ਜਿਹੜਾ ਇਹਨੇ ਭਾਸ਼ਣ ਦੇਣੇ ਸੀ ਉਹ ਤਕਰੀਬਨ ਦੇ ਚੁੱਕਿਆ। ਅੱਗੋਂ ਨੌਜਵਾਨ ਹੌਲੀ ਹੌਲੀ ਇਹਦੇ ਨਾਲੋਂ ਗਿਣਤੀ ਘਟਦੀ ਜਾ ਰਹੀ ਹੈ ਤੇ ਸ਼ੁਕਰ ਹੈ ਉਹਨਾਂ ਨੂੰ ਸਮਝ ਆਵੇ ਕਿ ਗਿਆਨਵਾਨ ਹੋ ਕੇ, ਅਕਲਮੰਦ ਹੋ ਕੇ ਆਪਾਂ ਚੰਗੇ ਕੰਮ ਕਰਨੇ ਨੇ ਤੇ ਚੰਗੇ ਇਨਸਾਨ ਬਣ ਕੇ ਆਪਣੇ ਸਮਾਜ ਦਾ ਫਾਇਦਾ ਕਰਨਾ ਹੈ। ਮਾਰ ਕਾਟ ਦੇ ਵਿੱਚ ਪਹਿਲਾਂ ਵੀ ਘਾਟਾ ਖਾਧਾ ਤੇ ਹੁਣ ਵੀ ਆਪਣਾ ਨੁਕਸਾਨ ਕਰਾਵਾਂਗੇ। ਪ੍ਰੋਫੈਸਰ ਸਾਹਿਬ, ਗੱਲ ਤੇ ਤੁਹਾਡੀ ਵਧੀਆ ਹੈ। ਮਾਰ ਕਾਟ 'ਚ ਅਸੀਂ ਨੁਕਸਾਨ ਤੇ ਬੜੇ ਝੱਲੇ ਨੇ, ਪਰ ਗੱਲ ਇਹ ਹੈ ਵੀ ਤਰਾਸਦੀ ਇੱਕ ਹੈ ਸਾਡੇ ਸਮਾਜ ਦੀ, ਕਹਿ ਸਕਦੇ ਜਿਹੜੇ ਸਿਆਣੀ ਗੱਲ ਸਿਆਣੇ ਲੋਕ ਕਰਦੇ ਨੇ, ਨਾ ਤਾਂ ਉਹਨਾਂ ਦੀ ਗੱਲ ਨੂੰ ਕੋਈ ਸੁਣਦਾ, ਨਾ ਉਹਨੂੰ ਐਪਰੀਸ਼ੀਏਟ ਕਰਕੇ ਅੱਗੇ ਵਧਾਉਂਦਾ, ਤੇ ਨਾ ਹੀ ਉਹਨਾਂ ਦੇ ਵੀਡੀਓ ਬਣਾ ਕੇ ਗਾਂਹ ਕੋਈ ਵਾਇਰਲ ਕਰਦਾ। ਚੰਗੀਆਂ ਚੀਜ਼ਾਂ ਜਿਹੜੀਆਂ ਬਹੁਤ ਘੱਟ ਲੋਕ ਨੇ ਜਿਹੜੇ ਤੁਹਾਡੇ ਵਰਗੇ ਸੁਲਝੇ ਹੋਏ ਲੋਕਾਂ ਦੀ ਜਿਹੜੀ ਗੱਲਬਾਤ ਆ ਉਹਨੂੰ ਅੱਗੇ ਵਧਾਉਂਦੇ ਨੇ। ਠੀਕ ਹੈ, ਬਹੁਤ ਘੱਟ ਲੋਕ ਨੇ ਚੁਣੇ। ਪਰ ਇੱਕ ਚੀਜ਼ ਹੈ ਜਿਹੜੀ ਤੁਸੀਂ ਪਹਿਲੇ ਗੱਲ ਕਰਦੇ ਸੀ, ਇਹਦੇ ਉੱਤੇ ਤਾਂ ਵਿਚਾਰ ਕਰਨਗੇ ਪੰਜਾਬੀ, ਪਰ ਇੱਕ ਹੋਰ ਚੀਜ਼ ਤੁਹਾਡੇ ਕੋਲ ਜਾਣਨਾ ਚਾਹੁੰਦੇ ਆ। ਪਿਛਲੇ ਦਿਨ ਇੱਕ ਮੁਲਾਕਾਤ 'ਚ ਕਿਸੇ ਵਿਅਕਤੀ ਨੇ ਸਵਾਲ ਉਠਾਇਆ ਸੀ ਕਿ ਜਿਹੜੇ ਆਪਾਂ ਜਥੇਦਾਰ ਸਾਹਿਬ ਨੇ ਜਾਂ ਸਿੱਖੀ ਦਾ ਸਰੂਪ ਦੀ ਗੱਲ ਕਰਦੇ ਆ, ਅਸੀਂ ਕਹਿੰਦੇ ਅਸੀਂ ਵੱਖਰੀ ਕੌਮ ਆ, ਤੇ ਇਹ ਉਹਨਾਂ ਦਾ ਸਵਾਲ ਸੀ ਕਿ ਜਿਹੜੇ ਤੁਹਾਡੇ ਅਕਾਲ ਤਖਤ ਦੇ ਜਥੇਦਾਰ ਜਿਨ੍ਹਾਂ ਨੂੰ ਕਹਿੰਦੇ ਹੋ ਤੁਸੀਂ, ਕਹਿੰਦੇ ਉਹ ਤਾਂ ਕਾਗਜ਼ਾਂ ਦੇ ਵਿੱਚ ਟੈਕਨੀਕਲ ਸ਼ਬਦਾਂ ਵਿੱਚ ਉਹਨਾਂ ਨੂੰ ਹੈਡ ਪ੍ਰੀਸਟ ਹੀ ਲਿਖਿਆ ਜਾਂਦਾ। ਪ੍ਰੀਸਟ ਤਾਂ ਕਹਿੰਦੇ ਪੁਜਾਰੀ ਹੁੰਦਾ। ਵੀ ਜਿਹੜੇ ਇਹ ਪੁਜਾਰੀ ਨੇ, ਇਹ ਪੁਜਾਰੀ ਔਰ ਜਿਹੜਾ ਹਿੰਦੁਸਤਾਨ ਦਾ ਪੁਜਾਰੀ ਹੈ ਜਾਂ ਹੋਰ ਧਰਮਾਂ ਪੰਥਾਂ ਦਾ ਪੁਜਾਰੀ ਹੈ, ਇਹ ਤਾਂ ਸੇਮ ਉਹੋ ਜਿਹਾ ਹੀ ਹੈ, ਉਹ ਤੋਂ ਵੱਖਰਾ ਕੀ ਹੈ? ਕਿਵੇਂ ਦੇਖਦੇ ਹੋ? ਕੀ ਆਪਾਂ ਇੱਥੇ ਕਹਿਣਾ ਚਾਹੁੰਦੇ ਹਾਂ? ਜੇ ਵੱਖਰਾਪਣ ਜਾਂ ਨਿਆਰਾਪਣ ਹੈ, ਉਹ ਇਸ ਮੁੱਦੇ ਉੱਤੇ ਕਿਵੇਂ ਦੇਖਦੇ ਹੋ? ਇੱਥੇ ਜੀ ਮੈਂ ਤਾਂ ਇਹਨਾਂ ਜਥੇਦਾਰਾਂ ਦੇ ਨਾਲ ਬਤੌਰ ਪੀਏ ਰਹਿ ਕੇ ਅੰਦਰ ਵੜ ਕੇ ਬਹੁਤ ਕੁਝ ਦੇਖਿਆ, ਸੁਣਿਆ ਤੇ ਫਿਰ ਇਹਨਾਂ ਬਾਰੇ ਮੈਂ ਪੜ੍ਹਿਆ। ਤੇ ਜਦੋਂ ਮੈਂ 1993 ਤੋਂ ਲੈ ਕੇ 1995 ਤੱਕ ਬਤੌਰ ਪੀਏ ਉੱਥੇ ਡਿਊਟੀ ਕੀਤੀ ਹੈ, ਉਦੋਂ ਤੋਂ ਲੈ ਕੇ ਫਿਰ ਲਗਾਤਾਰ ਮੈਂ ਨੋਟ ਕਰਦਾ ਗਿਆ। ਇਹਨਾਂ ਦੇ ਜਿਹੜਾ ਗੁਰਦੁਆਰਾ ਐਕਟ ਬਣਿਆ ਹੋਇਆ ਉਹਦੇ ਵਿੱਚ ਪ੍ਰੀਸਟ ਅਤੇ ਹੈੱਡ ਪ੍ਰੀਸਟ ਸ਼ਬਦ ਨੇ, ਜਿਹੜੇ ਕਿ ਅੰਗਰੇਜ਼ੀ ਦੇ ਵਿੱਚ ਪ੍ਰੀਸਟ ਨੂੰ ਪੁਜਾਰੀ ਕਹਿੰਦੇ ਨੇ, ਹੈੱਡ ਪ੍ਰੀਸਟ ਹੈੱਡ ਗ੍ਰੰਥੀ ਨੂੰ ਹੈੱਡ ਪੁਜਾਰੀ ਨੂੰ ਕਹਿੰਦੇ ਨੇ। ਮੁੱਖ ਪੁਜਾਰੀ ਜਿਹੜਾ ਇਹ ਹੈੱਡ ਪ੍ਰੀਸਟ ਹੈ ਤੇ ਹੈੱਡ ਪੁਜਾਰੀ ਬਣ ਗਿਆ, ਮੁੱਖ ਪੁਜਾਰੀ ਬਣ ਗਿਆ। ਤੇ ਇਹਨਾਂ ਪੁਜਾਰੀਆਂ ਨੂੰ ਇਹ ਸੱਚ ਜਾਣਿਓ, ਅੰਦਰ ਵੜ ਕੇ ਵੇਖ ਲਿਓ, ਭਾਰਤ ਦੇ ਵਿੱਚ ਸਾਰੇ ਦੇ ਸਾਰੇ ਪੁਜਾਰੀਆਂ ਨੂੰ ਸਰਕਾਰਾਂ ਉਭਾਰਦੀਆਂ ਨੇ। ਉਭਾਰਨ ਦਾ ਕਾਰਨ ਕੀ ਹੈ ਕਿ ਸਰਕਾਰ ਤੋਂ ਕੁਝ ਨਾ ਮੰਗਿਓ, ਪੁਜਾਰੀ ਕੋਲੇ ਮੱਥਾ ਟੇਕ ਕੇ ਅਰਦਾਸ ਕਰਾ ਕੇ, ਹਵਨ ਕਰਾ ਕੇ, ਟੱਲੀਆਂ ਖੜਕਾ ਕੇ ਤੇ ਪੁਜਾਰੀ ਨੂੰ ਆਖਿਓ ਜੀ ਸਾਡੀ ਕਿਰਪਾ ਕਰਕੇ ਆਹ ਮੰਗ ਪੂਰੀ ਕਰਵਾ ਦਿਓ। ਉਹ ਆਪਣੇ ਦੇਵਤੇ ਅੱਗੇ, ਆਪਣੇ ਭਗਵਾਨ ਅੱਗੇ, ਆਪਣੇ ਗੁਰੂ ਅੱਗੇ ਫਿਰ ਤੁਹਾਡੀ ਅਰਦਾਸ ਕਰੇਗਾ। ਜੇ ਤਾਂ ਕਿਤੇ ਸਬੱਬ ਨਾਲ ਤੁਹਾਡੀ ਕੋਈ ਮੰਗ ਹੋਗੀ ਪੂਰੀ, ਫਿਰ ਤਾਂ ਤੁਸੀਂ ਹੋਰ ਵੀ ਭੇਟਾ ਚੜਾਓਗੇ ਉੱਥੇ ਤੇ ਨਾਲੇ ਧੰਨਵਾਦ ਕਰੋਗੇ ਪੁਜਾਰੀ ਦਾ। ਜੇ ਮੰਗ ਪੂਰੀ ਨਾ ਹੋਈ ਫਿਰ ਤੁਹਾਨੂੰ ਪੁਜਾਰੀ ਆਖੇਗਾ ਤੁਹਾਡੀ ਸ਼ਰਧਾ ਦੇ ਵਿੱਚ ਕਮੀ ਰਹੇਗੀ, ਆਪਾਂ ਦੁਬਾਰਾ ਕਰਾਂਗੇ ਫਿਰ। ਤੋਂ ਇਸ ਤਰ੍ਹਾਂ ਸਰਕਾਰ ਤੋਂ ਕੁਝ ਨਾ ਮੰਗੋ, ਸਰਕਾਰ ਤੋਂ ਸੜਕਾਂ ਬਣਾਉਣੀਆਂ, ਇਲਾਜ ਕਰਾਉਣੇ, ਨੌਕਰੀਆਂ ਦੇਣੀਆਂ, ਸਕੂਲ ਚਲਾਉਣੇ ਤੇ ਯੂਨੀਵਰਸਿਟੀਆਂ ਖੋਲਣੀਆਂ, ਕਿੰਨੇ ਸਾਰੇ ਕੰਮ ਨੇ, ਇਹ ਸਰਕਾਰ ਤੋਂ ਨਾ ਮੰਗਿਓ, ਇਹ ਪੁਜਾਰੀ ਦੇ ਰਾਹੀਂ ਭਗਵਾਨ ਤੋਂ ਜਾਂ ਗੁਰੂ ਤੋਂ ਮੰਗਿਓ। ਤਾਂ ਇਸ ਤਰ੍ਹਾਂ ਸਾਰੇ ਦੇ ਸਾਰੇ ਪੁਜਾਰੀ ਸਰਕਾਰਾਂ ਨੇ ਪੈਦਾ ਕੀਤੇ ਹੋਏ ਨੇ ਤੇ ਇਹ ਜਿਹੜੇ ਪੁਜਾਰੀ ਹੈ ਫਿਰ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਝੂਠੀਆਂ ਕਹਾਣੀਆਂ, ਜਾਂ ਤਾਂ ਫਿਰ ਅਗਲੇ ਜਨਮ ਦੀਆਂ ਗੱਲਾਂ, ਪਿਛਲੇ ਜਨਮ ਦੀਆਂ ਗੱਲਾਂ, ਇਸ ਵਰਤਮਾਨ ਦੀਆਂ ਗੱਲਾਂ ਇਹ ਨਹੀਂ ਕਰਦੇ। ਪੱਛਮੀ ਮੁਲਕਾਂ ਦੇ ਵਿੱਚ
ਜਿਹੜਾ ਪੁਜਾਰੀ ਭਿਖਾਰੀ ਇਸ ਤਰ੍ਹਾਂ ਬਾਹਰ ਕਿਤੇ ਫਿਰਦਾ ਮਿਲ ਜਾਵੇ ਉਹਨੂੰ ਪੁਲਿਸ ਵਾਲੇ ਚੁੱਕ ਕੇ ਜੇਲ੍ਹ 'ਚ ਭੇਜ ਦਿੰਦੇ ਨੇ ਤੇ ਉੱਥੇ ਕੋਈ ਭਿਖਾਰੀ ਜਾਂ ਪੁਜਾਰੀ ਤੁਹਾਨੂੰ ਵੇਖਣ ਨੂੰ ਨਹੀਂ ਮਿਲੇਗਾ। ਚਰਚ ਦੇ ਵਿੱਚ ਉਹ ਜਾਓ, ਉੱਥੇ ਟਿਕਟ ਕਟਾਓ, ਭਾਵ ਕੇ ਖਰਚਾ ਜਿਹੜਾ ਤੁਸੀਂ ਚਾਹ ਪਾਣੀ ਉੱਥੇ ਪੀਣਾ ਉਹ ਬਕਾਇਦਾ ਉੱਥੇ ਖਰਚਾ ਉਹਨਾਂ ਨੇ ਰੱਖਿਆ ਹੋਇਆ, $2 $5 ਜਿੰਨੇ ਰੱਖੇ ਹੋਏ ਆ ਉਹ ਦਿਓ। ਤੁਸੀਂ ਉੱਥੇ ਦਾ ਜਿਹੜਾ ਪਾਦਰੀ ਹੈ ਉਹਦਾ ਲੈਕਚਰ ਸੁਣ ਕੇ ਆ ਜਾਓ ਤੇ ਆਪਣੇ ਮਨ ਨੂੰ ਬੇਸ਼ੱਕ ਤਸੱਲੀ ਦੇ ਲਓ। ਉੱਥੇ ਚਰਚ ਲਗਭਗ ਖਾਤਮੇ ਦੇ ਨੇੜੇ ਪਹੁੰਚ ਚੁੱਕੇ ਹੋਏ ਨੇ ਕਿਉਂਕਿ ਉਹ ਲੋਕ ਮਾਨਸਿਕ ਤੌਰ ਤੇ ਆਰਥਿਕ ਤੌਰ ਤੇ ਵਿਕਾਸ ਕਰ ਗਏ। ਪਰ ਸਾਡੇ ਤਾਂ ਇਹ ਕਹਿ ਕੇ ਮੈਂ ਗੱਲ ਨੂੰ ਅੱਗੇ ਤੁਹਾਡੇ ਤੱਕ ਲਿਆਉਣਾ ਕਿ ਜੇ ਗਧਿਆਂ ਨੂੰ ਅਕਲ ਆ ਜਾਵੇ ਤਾਂ ਫਿਰ ਉਹ ਸਾਡੇ ਭਾਰ ਨਹੀਂ ਚੁੱਕਣਗੇ। ਗਧੇ ਸਾਡਾ ਭਾਰ ਤਾਂਹੀਓ ਚੁੱਕਦੇ ਨੇ ਕਿਉਂਕਿ ਉਹਨਾਂ ਨੂੰ ਅਕਲ ਨਹੀਂ ਹੈ। ਸਰਕਾਰਾਂ ਤੇ ਪੁਜਾਰੀ ਸਾਨੂੰ ਅਕਲ ਤਾਂ ਹੀ ਨਹੀਂ ਆਉਣ ਦਿੰਦੇ ਕਿਉਂਕਿ ਅਸੀਂ ਆਪਣੀ ਕਿਰਤ ਕਮਾਈ ਉਹਨਾਂ ਦੇ ਪੈਰਾਂ 'ਚ ਰੱਖੀ ਜਾਈਏ। ਜੇ ਸਾਨੂੰ ਅਕਲ ਆ ਗਈ ਤਾਂ ਨਾ ਪੁਜਾਰੀ ਨੂੰ ਮੱਥੇ ਟੇਕਾਂਗੇ ਤੇ ਨਾਲੇ ਸਰਕਾਰਾਂ ਦਾ ਤਖਤਾ ਪਲਟ ਦਿਆਂਗੇ, ਵਧੀਆ ਸਰਕਾਰ ਅੱਗੇ ਲਿਆਵਾਂਗੇ। ਪਰ ਇਹ ਸਾਡਾ ਮਾਨਸਿਕ ਪੱਧਰ ਦਬਾ ਕੇ ਵਹਿਮਾਂ ਭਰਮਾਂ 'ਚ ਪਾ ਕੇ ਕਿਸਮਤ ਦੇ ਸਹਾਰੇ ਖੜਾ ਹੋ ਕੇ ਰੱਬ ਦੇ ਨਾਲ ਮੇਲ ਕੇ ਰੱਬ ਐ ਕਰੂਗਾ ਉਹਨਾਂ ਗੱਲਾਂ ਨੂੰ ਉਲਝਾਇਆ ਹੋਇਆ। ਤੁਸੀਂ ਜ਼ਰੂਰ ਗੱਲ ਕੀਤੀ ਹੈ, ਗੱਲ ਹੋਈ ਸੀ ਪ੍ਰੀਸਟ ਤੋਂ ਸ਼ੁਰੂ। ਤੁਸੀਂ ਗੱਲ ਕਹੀ ਵੀ ਸਰਕਾਰਾਂ ਨਹੀਂ ਚਾਹੁੰਦੀਆਂ, ਉਹ ਚਾਹੁੰਦੀਆਂ ਨੇ ਕਿ ਪੁਜਾਰੀਆਂ ਦੇ ਵਿੱਚ ਜਿਹੜੇ ਫਸੇ ਰਹੋ। ਤਾਂ ਕਿਤੇ ਨਾ ਕਿਤੇ ਇਹ ਵੀ ਸਵਾਲ ਉੱਠਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਕੰਸੈਪਟ ਸੀ ਉਹਦੇ ਵਾਸਤੇ ਜਿਹੜੀ ਜ਼ਮੀਨ ਵੀ ਤਿਆਰ ਕੀਤੀ ਹੈ ਸਾਰੀ, ਤੇ ਉਹ ਸਾਰੀ ਦੀ ਸਾਰੀ ਜਿਹੜੀ ਹੈ ਅੰਗਰੇਜ਼ ਨੇ ਕੀਤੀ ਸੀ ਤਿਆਰ, ਔਰ ਇਸ ਤਰੀਕੇ ਨਾਲ ਇਹਨੂੰ ਇਲੈਕਸ਼ਨ ਦੇ ਵਿੱਚ ਵੀ ਪਾ ਦਿੱਤਾ। ਤੇ ਪੁਜਾਰੀ ਵੀ ਸ਼ਬਦ ਜਿਹੜਾ ਵਿੱਚ ਸੀਗਾ ਤੇ ਕੀ ਜਿਹੜੇ ਸਾਡੇ ਲੀਡਰ ਨੇ ਇਲੈਕਸ਼ਨ ਲੜ ਰਹੇ ਸੀ, ਅੱਜ ਤੇ ਅਸੀਂ ਪੁਜਾਰੀਵਾਦ ਦਾ ਵਿਰੋਧ ਕਰਦੇ ਹਾਂ ਤੇ ਉਸ ਵਕਤ ਜਿਹੜੇ ਸਿੱਖ ਸਾਡੇ ਲੀਡਰ ਸੀ ਉਹਨਾਂ ਨੂੰ ਇਸ ਗੱਲ ਦਾ ਧਿਆਨ ਨਹੀਂ ਆਇਆ ਕਿ ਸਾਨੂੰ ਵੀ ਪੁਜਾਰੀਵਾਦ ਦੇ ਕਿਸੇ ਰਸਤੇ ਦੇ ਉੱਤੇ ਜਿਹੜਾ ਉਹ ਪਾਇਆ ਜਾ ਰਿਹਾ। ਅੰਗਰੇਜ਼ ਦੀ ਨੀਤੀ ਨੂੰ ਕਿਵੇਂ ਦੇਖਦੇ ਆ, ਉਹਦੀ ਭੂਮਿਕਾ ਨੂੰ ਕਿਵੇਂ ਦੇਖਦੇ ਆ, ਔਰ ਅਕਾਲੀ ਲੀਡਰਾਂ ਨੂੰ ਕਿਵੇਂ ਦੇਖਦੇ ਆ। ਆਪਾਂ ਥੋੜੀ ਦੇਰ 'ਚ ਗੱਲਬਾਤ ਫਿਰ ਆਪਾਂ ਖਤਮ ਕਰਾਂਗੇ। ਇਹਦਾ ਜੀ ਸੋਚਣ ਵਾਲੀ ਗੱਲ ਤੇ ਹੈ, ਅੰਗਰੇਜ਼ਾਂ ਨੂੰ ਤਾਂ ਇੱਥੇ ਗੁਰਦੁਆਰਾ ਐਕਟ ਬਣਾਏ ਨੂੰ 100 ਸਾਲ ਹੋ ਗਿਆ ਤੇ 100 ਸਾਲ ਦੇ ਵਿੱਚ ਸਾਡੇ ਹਜ਼ਾਰਾਂ ਲੀਡਰ ਬਦਲ ਕੇ ਪ੍ਰਧਾਨ ਤੇ ਜਥੇਦਾਰ ਬਣਦੇ ਆਏ ਨੇ। ਅੱਜ ਤੱਕ ਉਹਨਾਂ ਨੂੰ ਅਕਲ ਹੀ ਨਹੀਂ ਆਈ ਕਿ ਅੰਗਰੇਜ਼ਾਂ ਨੇ ਸਾਨੂੰ ਕੁਰਾਹੇ ਪਾ ਦਿੱਤਾ ਹੈ। ਜਿਹੜੇ 100 ਸਾਲ ਤੱਕ ਆਪ ਸੋਚ ਹੀ ਨਹੀਂ ਸਕੇ ਉਹਨਾਂ ਤੋਂ ਹੋਰ ਕੀ ਆਸ ਕਰੋਗੇ। ਤੇ ਉਹਨਾਂ ਨੇ ਤਾਂ ਆਪਣੀ ਰਾਜ ਕਰਨ ਵਾਸਤੇ ਇਹਨਾਂ ਨੂੰ ਇਸ ਤਰ੍ਹਾਂ ਦੇ ਰਾਹ ਤੇ ਤੋਰ ਦਿੱਤਾ। ਪਰ ਇਹਨਾਂ ਨੇ ਉਦੋਂ ਮੁੜ ਕੇ 100 ਸਾਲਾਂ ਦੇ ਵਿੱਚ ਅਕਾਲੀ ਦਲ ਵੀ ਜ਼ਮੀਨ 'ਚ ਧਸ ਗਿਆ, ਗਰਕ ਹੋ ਗਿਆ 100 ਸਾਲਾਂ 'ਚ। ਤੇ ਸ਼੍ਰੋਮਣੀ ਕਮੇਟੀ ਵੀ ਗਰਕ ਦੇ ਹੋਣ ਦੇ ਨੇੜੇ ਪਹੁੰਚੀ ਹੋਈ ਹੈ। ਤੇ ਜੇ ਕੋਈ ਇਹ ਕਹੇ ਕਿ ਸ਼੍ਰੋਮਣੀ ਕਮੇਟੀ ਖਤਮ ਕਰ ਦੇਣੀ ਚਾਹੀਦੀ ਹੈ, ਪਰ ਇਦੋਂ ਵਧੀਆ ਹਾਲੀ ਤੱਕ ਸਾਡੇ ਕੋਲੇ ਸਿਸਟਮ ਆਏ ਹੀ ਕੋਈ ਨਹੀਂ। ਜੇ ਸ਼੍ਰੋਮਣੀ ਕਮੇਟੀ ਖਤਮ ਹੋ ਗਈ ਫਿਰ ਹੋਰ ਅਸੀਂ ਕਿਹੜੇ ਢੰਗ ਨਾਲ ਆਪਣਾ ਪ੍ਰਬੰਧ ਹੈ ਗੁਰਦੁਆਰਿਆਂ ਦਾ ਉਹ ਚਲਾਵਾਂਗੇ। ਫਿਰ ਆਪੋ ਧਾਪੀ ਪੈ ਜਾਣੀ ਹੈ। ਹੁਣ ਤਾਂ ਸਾਂਝੇ ਤੌਰ ਤੇ ਬਹੁਤ ਵੱਡੀ ਰਕਮ ਇਕੱਠੀ ਹੁੰਦੀ ਹੈ ਸ਼੍ਰੋਮਣੀ ਕਮੇਟੀ ਕੋਲੇ। ਫਿਰ ਗੁਰਦੁਆਰੇ ਜਿਹੜੇ ਥਾਂ ਥਾਂ ਬਣੇ ਨੇ ਉਹਨਾਂ ਦੇ ਪ੍ਰਧਾਨ ਸਕੱਤਰ ਫਿਰ ਉੱਥੇ ਬੈਠੇ ਆਪੀ ਪੈਸਾ ਖਾ ਲੈਣਗੇ ਤੇ ਉਹਨਾਂ ਨੇ ਵੀ ਚੰਗੀ ਥਾਂ ਤੇ ਉਹ ਪੈਸਾ ਸ਼ਾਇਦ ਨਹੀਂ ਖਰਚਣਾ ਕਿਉਂਕਿ ਅਸੀਂ ਅਜੇ ਤੱਕ ਮਾਨਸਿਕ ਪੱਖੋਂ ਬਹੁਤ ਪਿੱਛੇ ਚੱਲ ਰਹੇ ਹਾਂ। ਆਪਣੇ ਲੋਕਾਂ ਬਾਰੇ ਅਸੀਂ ਸੋਚ ਨਹੀਂ ਸਕਦੇ। ਕਹਿਣ ਦਾ ਭਾਵ ਇਹ ਹੈ ਕਿ ਸੱਪ ਦੇ ਮੂੰਹ 'ਚ ਕੋਹੜ ਕਿਰਲੀ ਵਾਲੀ ਹਾਲਤ ਹੋਈ ਹੈ ਕਿ ਕਹਿੰਦੇ ਜੀ ਖਾਵੇ ਤਾਂ ਕੋਹੜੀ ਤੇ ਛੱਡੇ ਤਾਂ ਕਲੰਕੀ। ਤੇ ਇਹੀ ਹਾਲਤ ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਮਾਮਲੇ ਉੱਤੇ ਸਿੱਖ ਪੰਥ ਦੀ ਹੋਈ ਪਈ ਹੈ। ਅਗਰ ਉਹਨੂੰ ਅੱਗੇ ਵਧਾਉਣੇ ਆ ਤਾਂ ਉਹੀ ਪੁਜਾਰੀਵਾਦ ਹੈ, ਉਹੀ ਸਿਆਸੀ ਜਿਹੜੀ ਹੈ ਰੰਜਿਸ਼ ਵੱਧਦੀ ਹੈ, ਉਹੀ ਫਿਰ ਸਿਆਸੀ ਪਾਰਟੀਆਂ ਹੀ ਵੋਟਾਂ ਦੇ ਵਿੱਚ ਜਿੱਤਦੀਆਂ ਨੇ ਤੇ ਉਹਨਾਂ ਦਾ ਕੰਮਕਾਰ ਦਾ ਜਿਹੜਾ ਇਲਜ਼ਾਮ ਲੱਗਦਾ ਕਿ ਨਸ਼ੇ ਵੰਡਦੇ ਨੇ, ਹੋਰ ਕੰਮ ਕਰਦੇ ਨੇ, ਉਹ ਬੁਰਾਈਆਂ ਵੀ ਨਾਲ ਆਉਂਦੀਆਂ ਨੇ। ਤੇ ਅਗਰ ਉਹਨਾਂ ਨੂੰ ਅਸੀਂ ਛੱਡਦੇ ਆ ਤੇ ਸਾਨੂੰ ਇਹ ਖਤਰਾ ਪੈ ਜਾਂਦਾ ਕਿ ਸਾਡੇ ਕੋਲ ਇੱਕੋ ਇੱਕ ਤਾਂ ਸੰਸਥਾ ਜੇ ਇਹ ਵੀ ਨਾ ਰਹੀ ਤੇ ਕੱਲ ਨੂੰ ਜਿਹੜਾ ਉਹ ਸਾਡਾ ਪੰਥ ਜਿਹੜਾ ਉਹ ਖਿੰਡ ਪੁੰਡ ਜਾਏਗਾ, ਹਰ ਕੋਈ ਮਨ ਮਰਜ਼ੀ ਕਰੇਗਾ। ਹਾਲਾਂਕਿ ਸਿੰਘ ਸਭਾ ਦੇ ਆਪਣੇ ਗੁਰਦੁਆਰੇ ਬਣੇ ਹੋਏ ਨੇ, ਵੱਖ-ਵੱਖ ਕਮੇਟੀਆਂ ਆਪੋ ਆਪਣੀਆਂ ਉਹ ਵੀ ਆਪਣੇ ਢੰਗ ਨਾਲ ਪ੍ਰਚਾਰ ਕਰ ਰਹੀਆਂ ਨੇ, ਪਰ ਇਹਦੇ ਉੱਤੇ ਹਲੇ ਜਿਹੜੀ ਆ ਉਹ ਲੰਬੀ ਔਰ ਜਿਹੜੀ ਗਹਿਰਾਈ ਦੇ ਨਾਲ ਜਿਹੜੀ ਵਿਚਾਰ ਚਰਚਾ ਉਹ ਹਲੇ ਹੋਣੀ ਜਿਹੜੀ ਪੰਥ ਵਿੱਚ ਲਾਜ਼ਮੀ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਸੁਚੱਜੇ ਢੰਗ ਨਾਲ ਜਿਹੜੀ ਇਹ ਸਾਨੂੰ ਮਿਲੀ ਹੈ ਚੀਜ਼, ਇਹਨੂੰ ਸੁਚੱਜੇ ਢੰਗ ਨਾਲ ਔਰ ਜਿਹੜੀਆਂ ਇਹਦੇ ਵਿੱਚ ਊਣਤਾਈਆਂ ਨੇ ਉਹਨਾਂ ਨੂੰ ਦੂਰ ਕਰਕੇ ਇਹਨੂੰ ਵਧੀਆ ਤਰੀਕੇ ਨਾਲ ਜਿਹੜਾ ਪੰਥ ਦੇ ਹਿੱਤਾਂ ਵਿੱਚ ਔਰ ਸਿੱਖੀ ਫਲਸਫੇ ਨੂੰ ਅੱਗੇ ਵਧਾਉਣ ਲਈ ਜਿਹੜਾ ਉਹ ਕਿਵੇਂ ਜਿਹੜਾ ਉਹ ਕੰਮ 'ਚ ਲਿਆਂਦਾ ਜਾ ਸਕਦਾ। ਤੁਸੀਂ ਸਾਡੇ ਨਾਲ ਜੁੜੇ, ਬਹੁਤ ਬਹੁਤ ਧੰਨਵਾਦ। ਇੱਥੇ ਆਪਾਂ ਗੱਲਬਾਤ ਖਤਮ ਕਰਦੇ ਹਾਂ, ਫਿਰ ਮਿਲਦੇ ਹਾਂ ਅਗਲੀ ਗੱਲਬਾਤ ਲੈ ਕੇ, ਫਿਰ ਪੰਥ ਦੇ ਬਾਰੇ ਵਿਚਾਰ ਕਰਾਂਗੇ। ਤੋ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਇਸ ਸਾਡੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ
ਕਿਉਂਕਿ ਇਹ ਗੱਲਾਂ ਹੀ ਜਿਹੜੀਆਂ ਪੰਥ ਵਿੱਚ ਜਾਂਦੀਆਂ ਨੇ ਤੇ ਤਾਂ ਹੀ ਅਸੀਂ ਇੱਕ ਦੂਜੇ ਨਾਲ ਵਿਚਾਰਾ ਕਰਦੇ ਆ, ਫੇਰ ਹੀ ਇੱਕ ਧਾਰਨਾ ਬਣਦੀ ਆ, ਫੇਰ ਹੀ ਸਾਡੀ ਜਿਹੜੀ ਲੀਡਰਸ਼ਿਪ ਆ ਉਹ ਉਹਨਾਂ ਗੱਲਾਂ ਤੇ ਵਿਚਾਰ ਕਰਨ ਲਈ ਤਿਆਰ ਹੁੰਦੀ ਆ। ਸੋ ਇੱਥੇ ਗੱਲਬਾਤ ਖਤਮ ਕਰਦੇ ਆ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।